घर घर डोर टू डोर जाके उस मैसेज ਨੂੰ ਪਬਲਿਕ ਤੱਕ ਪਹੁੰਚਾਉਣਾ ਦੇ ਵਿੱਚ ਸਮਾਂ ਲੱਗਦਾ ਹੈ, ਲੇਕਿਨ ਉਹੀ ਮੈਸੇਜ ਜਦੋਂ ਅਸੀਂ ਪੋਸਟਰ ਤੇ ਫਲੈਕਸ ਤੇ ਹੋਲਡਿੰਗ ਬੋਰਡਸ ਰਾਹੀਂ ਜਦੋਂ ਅਸੀਂ ਜਨਤਕ ਲਾ ਦਿੰਦੇ ਹਾਂ ਤਾਂ ਉਹ ਲੰਘਦੇ ਟੱਪਦੇ ਜਿਹੜੇ ਲੋਕ ਨੇ ਉਹਨੂੰ ਪੜ੍ਹਦੇ ਨੇ ਤਾਂ ਪਾਰਟੀ ਦਾ ਮੈਸੇਜ ਇੱਕ ਈਜ਼ੀ ਵੇ ਦੇ ਨਾਲ ਲੋਕਾਂ ਤੱਕ ਪਹੁੰਚ ਜਾਂਦਾ ਹੈ। ਸਰ ਇੱਕੋ ਕੰਧ ਤੇ 3 ਜਣਿਆਂ ਦਾ ਮੈਸੇਜ, ਇਹ ਜਿਹੜੇ ਸਾਡੇ ਮੈਸੇਜ ਤਾਂ ਉਹਦੇ 'ਚ ਪਾਰਟੀ ਦਾ ਇੱਕੋ ਚੋਣ ਪ੍ਰਚਾਰ ਹੀ ਹੁੰਦਾ, ਮੈਸੇਜ ਹੋਰ ਉਹਦੇ 'ਚ ਕੋਈ ਚੁਣਾਵੀ ਵਾਅਦਾ ਜਾਂ ਐਸਾ ਤਾਂ ਕੁਝ ਦੇਖਣ ਨੂੰ ਨਹੀਂ ਮਿਲਦਾ। ਤੁਸੀਂ ਮੈਸੇਜ ਦੀ ਗੱਲ ਕਰਦੇ ਪਏ ਹੋ, ਤੁਸੀਂ ਪੋਸਟਰ ਬਾਹਰ ਨਾ ਕਹਿ ਕੇ ਕਿ ਮੈਸੇਜ ਕਹਿੰਦੇ ਪਏ ਹੋ। ਨਹੀਂ, ਸਾਡੇ ਵੱਲੋਂ ਮੈਸੇਜ ਉਹ ਪੋਸਟਰ ਬਾਹਰ ਕਾਂਗਰਸ ਨੂੰ ਉਮੀਦਾਂ ਤਾਂ ਲੋਕਾਂ ਨੂੰ ਤੁਹਾਡੇ ਤੋਂ ਵੀ ਬਹੁਤ ਸੀ। ਇੱਕ ਨਵੀਂ ਆਈ ਪੰਜਾਬ 'ਚ ਪਾਰਟੀ ਨੂੰ ਵਿਰੋਧੀ ਧਿਰ 'ਚ ਦਰਜਾ ਦਿੱਤਾ, ਮਗਰ ਉਹ ਐਕਸਪੈਕਟੇਸ਼ਨ ਕਿਤੇ ਨਾ ਕਿਤੇ ਲੋਕਾਂ ਦੀਆਂ ਲੱਗਦੀਆਂ ਕਿ ਪੂਰਾ ਨਹੀਂ ਹੋ ਪਾਈਆਂ। ਜੇ ਸਰਕਾਰ ਦੇ ਕਿ ਇਹ ਚਿੱਟਾ ਵੀ ਕਿਸੇ ਨੂੰ ਛੁਪਿਆ ਨਹੀਂ, ਰੇਤ ਮਾਫੀਆ ਨਹੀਂ ਕਿਸੇ ਨੂੰ ਛੁਪਿਆ, ਕਿਤੇ ਨਾ ਕਿਤੇ ਲੱਗਦਾ ਬਹੁਤ ਕਮਜ਼ੋਰ ਵਿਪਕਸ਼ ਰਿਹਾ ਹੈ ਘੇਰਨ ਲਈ ਜੋ ਸੱਤਾਧਾਰੀ ਪੱਖ ਨੂੰ ਸੀ। ਨਹੀਂ, ਇਹ ਤੁਹਾਡਾ ਐਲੀਗੇਸ਼ਨ ਹੈ। ਤੁਹਾਡੇ ਰੋਸ਼ ਮੁਜ਼ਾਹਰੇ ਨਾਲੋਂ ਤਾਂ ਅਕਾਲੀ ਦਲ ਮੈਨੂੰ ਲੱਗਦਾ ਰੋਸ਼ ਮੁਜ਼ਾਹਰੇ ਜ਼ਿਆਦਾ ਕਰਦੇ। ਇਦਾਂ ਦੀ ਗੱਲ ਨਹੀਂ ਹੈ। ਤੁਸੀਂ ਇਹ ਵੇਖੋ, ਜਦੋਂ ਸਰ ਅਕਸਰ ਹੀ ਦੇਖਣ ਨੂੰ ਆਉਂਦਾ ਹੈ ਕਿ ਟਿਕਟ ਹਲਕੇ 'ਚ ਇੱਕ ਨੂੰ ਮਿਲਣੀ ਹੁੰਦੀ ਹੈ, 4 ਜਾਂ 5 ਦਾਅਵੇਦਾਰ ਅਕਸਰ ਹੀ ਹੁੰਦੇ ਨੇ, ਮਗਰ ਜਿਨ੍ਹਾਂ ਨੂੰ ਨਹੀਂ ਮਿਲਦੀ ਉਹ ਬਾਗੀ ਤੇਵਰ ਦਿਖਾਉਣ ਲੱਗ ਜਾਂਦੇ ਨੇ। ਲੱਗਦਾ ਹੈ ਕਿ ਇਸ ਵਾਰ ਦਾਅਵੇਦਾਰ ਤਾਂ ਦਿਹਾਤੀ 'ਚ ਵੀ ਨੇ ਤੇ ਸ਼ਹਿਰੀ 'ਤੇ ਵੀ ਬਾਗੀ ਤੇਵਰ ਸਾਹਮਣੇ ਉੱਭਰ ਕੇ ਆਉਣਗੇ। ਸਾਡੇ ਇੱਥੇ ਟਿਕਟ ਜਿਹਨੂੰ ਮਰਜ਼ੀ ਮਿਲੇ, ਟਿਕਟ ਮੈਟਰ ਨਹੀਂ ਕਰਦੀ ਹੈ। ਸਾਡੇ ਇੱਥੇ ਟਿਕਟ ਜਿਹਨੂੰ ਮਰਜ਼ੀ ਮਿਲੇ, ਅਸੀਂ ਸਾਰੇ ਇਕਜੁੱਟ ਹੋ ਕੇ ਸਰਕਾਰ ਬਣਾਉਣਾ, ਕਿਉਂਕਿ ਸਾਡਾ ਜਿਹੜਾ ਅੱਜ ਮੇਨ ਮਕਸਦ ਸਰਕਾਰ ਬਣਾਉਣਾ ਹੈ। ਸਰ ਜੇਕਰ ਗੱਲ ਕਰੀਏ, ਇੱਕ ਇਲੈਕਸ਼ਨ ਲੜਨ ਲਈ ਵੱਡਾ ਬਜਟ ਚਾਹੀਦਾ ਹੁੰਦਾ ਹੈ, ਸੋ ਤੁਹਾਡੀ ਪਾਰਟੀ ਦੇ ਕੁਝ ਵਲੰਟੀਅਰ ਸਧਾਰਨ ਪਰਿਵਾਰ ਤੋਂ ਨੇ, ਹੁਣ ਲੋਕਾਂ ਦੇ ਵਿੱਚ ਵਿਚਰ ਰਹੇ ਨੇ, ਵੱਡੀ ਗੱਡੀ ਲੈ ਕੇ ਘੁੰਮਦੇ ਨੇ, ਜਿਸ ਪਿੰਡ ਤੋਂ ਨਿਕਲਦੇ ਨੇ ਉਸ ਪਿੰਡ ਦੀ ਚਰਚਾ ਛਿੜ ਜਾਂਦੀ ਹੈ ਕਿ ਇਹ ਬਜਟ ਕਿੱਥੋਂ ਆ ਰਿਹਾ। ਤੁਸੀਂ ਕਿਹਦੀ ਗੱਲ? ਤੁਹਾਡੀ ਪਾਰਟੀ ਦੇ ਮੈਂ ਸਾਫ਼ ਸ਼ਬਦਾਂ 'ਚ ਕਹਿਣਾ, ਮੋੜਾ ਸਿੰਘ ਅੰਜਾਨ ਦੀ ਜਿਸ ਪਿੰਡ 'ਚੋਂ ਨਿਕਲ ਜਾਂਦੇ ਉੱਥੇ ਚਰਚਾ ਛਿੜ ਜਾਂਦੀ ਹੈ। ਪੱਤਰਕਾਰਾਂ ਵੀਰਾਂ ਨੇ ਵੀ ਉਹਨਾਂ ਤੋਂ ਡਾਇਰੈਕਟ ਸਵਾਲ ਵੀ ਪੁੱਛਿਆ ਕਿ ਫੰਡਿੰਗ ਕਿੱਥੋਂ ਆ ਰਹੀ ਹੈ। ਫੰਡਿੰਗ ਦਾ ਸਰ ਬਹੁਤ ਹਲਕੇ ਦੇ ਲੋਕਾਂ 'ਚ ਵਿਵਾਦ ਚੱਲਦਾ ਪਿਆ ਹੈ, ਤੁਹਾਡੀ ਕੀ ਪ੍ਰਤੀਕਿਰਿਆ ਇਸ 'ਤੇ? ਦੇਖੋ, ਇਹਦੇ ਬਾਰੇ ਤਾਂ ਮੋੜਾ ਸਿੰਘ ਅੰਜਾਨ ਹੀ ਦੱਸ ਸਕਦਾ, ਕਿਉਂਕਿ ਮੋੜਾ ਸਿੰਘ ਅੰਜਾਨ ਸਾਡੀ ਪਾਰਟੀ ਦਾ ਮਿਹਨਤੀ ਵਰਕਰ ਹੈ ਸਾਡਾ, ਲੇਕਿਨ ਉਹ ਕਿੱਥੋਂ ਕਰ ਰਿਹਾ ਹੈ, ਕੀ ਉਹਦੇ ਸੋਰਸਿਸ ਨੇ, ਪੈਸਾ ਕਿੱਥੋਂ ਲਿਆ ਰਿਹਾ ਹੈ ਜਾਂ ਖਰਚਾ ਕਿੱਥੋਂ ਕਰ ਰਿਹਾ, ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਇਹ ਮੋੜਾ ਸਿੰਘ ਅੰਜਾਨ ਸਰ ਫਿਰ ਵੀ ਤੁਹਾਡੇ ਨਾਲ ਪੁਰਾਣੇ ਸਾਥੀ ਰਹੇ ਨੇ, ਤੁਸੀਂ ਵੀ ਉਹਨਾਂ ਦਾ ਫੈਮਿਲੀ ਬੈਕਗਰਾਊਂਡ ਜਾਣਦੇ ਹੋ। ਅੱਜ ਕੱਲ੍ਹ ਨਵੀਂ ਗੱਡੀਆਂ ਤੇ ਚੰਗਾ ਬਜਟ ਲੈ ਕੇ ਘੁੰਮਦੇ ਨੇ। ਦੇਖੋ ਕਰ ਸਾਹਿਬ, ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਕਿ ਇਹਦੇ ਬਾਰੇ ਮੈਂ ਕੁਝ ਨਹੀਂ ਦੱਸ ਸਕਦਾ, ਕਿਉਂਕਿ ਜੇ ਉਹ ਇਲੈਕਸ਼ਨ ਦੇ ਵਿੱਚ ਆਏ ਨੇ। ਇੱਕ ਫਲੈਕਸ ਸਰ 4000 ਰੁਪਏ ਦੀ ਲੱਗਦੀ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਸਭ ਦੇ ਹਲਕੇ 'ਚ ਫਲੈਕਸਾਂ ਲਵਾਉਣਾ ਸਰ ਖਾਲਾ ਜੀ ਦਾ ਵੜਾ ਨਹੀਂ ਹੈ, ਇੱਕ ਇਲੈਕਸ਼ਨ ਦਾ ਵੱਡਾ ਬਜਟ ਹੁੰਦਾ ਹੈ। ਕਿੱਥੋਂ ਅਫੋਰਡ ਕਰ ਰਹੇ ਸਰ? ਤੁਸੀਂ ਤਾਂ ਸਰ ਬਾਕੀਆਂ ਨੂੰ ਟ੍ਰਾਂਸਪੇਰੈਂਸੀ ਲਈ ਕਹਿੰਦੇ ਹੋ, ਤੁਹਾਡੇ ਤੇ ਵੀ, ਤੁਹਾਡੇ ਵਰਕਰਾਂ ਤੇ ਵੀ ਕਿਤੇ ਨਾ ਕਿਤੇ ਸਵਾਲ ਉੱਠਦੇ। ਦੇਖੋ, ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਕਹਿਣਾ ਚਾਹੂੰਗਾ ਕਿ ਮੈਂ ਆਪਦੇ ਪ੍ਰਤੀ ਤਾਂ ਜਵਾਬਦੇਹ ਹੈਗਾ। ਤੁਸੀਂ ਮੇਰੇ ਰਿਗਾਰਡਿੰਗ ਸਵਾਲ ਪੁੱਛੋ, ਮੈਂ ਤੁਹਾਨੂੰ ਜਵਾਬ ਦੇਵਾਂਗਾ ਕਿ ਮੇਰਾ ਸੋਰਸ ਕੀ ਹੈ ਜਾਂ ਮੇਰੀ ਮੈਂ ਆਪਦੇ ਇਹ ਜਿਹੜਾ ਵੀ ਸਾਡੀ ਐਡਵਰਟਾਈਜ਼ਮੈਂਟ ਆ ਰਹੀ ਹੈ ਕਿਵੇਂ ਹੋ ਰਹੀ ਹੈ, ਮੈਂ ਸਿਰਫ ਆਪਦੇ ਪ੍ਰਤੀ ਜਵਾਬ ਦੇ। ਮੋੜਾ ਸਿੰਘ ਅੰਜਾਨ ਜੀ ਕਿੱਥੋਂ ਕਰ ਰਹੇ ਨੇ, ਕੀ ਕਰ ਰਹੇ ਨੇ, ਇਹਦੇ ਬਾਰੇ ਮੋੜਾ ਸਿੰਘ ਅੰਜਾਨ ਦੱਸ ਸਕਦੇ। ਸਰ ਇੱਕ ਸਵਾਲ ਮੈਂ ਤੁਹਾਨੂੰ ਹੋਰ ਕਰਨਾ ਚਾਹਾਂਗਾ, ਚਾਹੇ ਤੁਸੀਂ ਉਸ ਤੋਂ ਬਾਅਦ ਇਸੇ ਤਰੀਕੇ ਨਾਲ ਡਿਨਾਈ ਕਰ ਦਿਓ, ਮਗਰ ਮੈਂ ਫਿਰ ਵੀ ਕਰਾਂਗਾ। ਫਿਰੋਜ਼ਪੁਰ ਦਾ ਇਤਿਹਾਸ ਰਿਹਾ ਹੈ ਕਿ ਬਾਹਰੀ ਕੈਂਡੀਡੇਟ ਨੂੰ ਇਹਨਾਂ ਨੇ ਸਵੀਕਾਰ ਨਹੀਂ ਕੀਤਾ। ਚਾਹੇ ਆਪਾਂ ਗੱਲ ਕਰੀਏ ਮੋਹਨ ਸਿੰਘ ਫਰੀਆਲ ਜਿਹਦੀ, ਜੋ ਜਲਾਲਾਬਾਦ ਤੋਂ ਚੱਲ ਕੇ ਫਿਰੋਜ਼ਪੁਰ 2017 ਦਾ ਇਲੈਕਸ਼ਨ ਲੜਨ ਆਏ, ਲੋਕਾਂ ਨੇ ਉਹਨਾਂ ਨੂੰ ਅਸਵੀਕਾਰ ਕੀਤਾ। ਕਿ ਆਸ਼ੂ ਜੀ ਜੋ ਯਤਨ ਕਰ ਰਹੇ ਨੇ, ਫਿਰ ਲੋਕ ਅਸਵੀਕਾਰ ਕਰਨਗੇ? ਸਵੀਕਾਰ ਕਰਨਾ ਜਾਂ ਮਨਜ਼ੂਰ ਕਰਨਾ, ਨਾ ਮਨਜ਼ੂਰ ਕਰਨਾ, ਇਹ ਲੋਕਾਂ ਦੇ ਸਰ ਇਹ ਫਿਰੋਜ਼ਪੁਰ ਦੇ ਲੋਕਾਂ ਦਾ ਇਤਿਹਾਸ ਰਿਹਾ ਹੈ। ਬਹੁਤ ਜ਼ਿਆਦਾ ਸਰਗਰਮ ਨੇ ਕਿ ਹਲਕੇ 'ਚ ਇਸ ਟਾਈਮ ਟਿਕਟ ਦੀ ਜੋ ਆਪਾਂ ਗੱਲ ਕਰੀਏ, ਆਪਾਂ ਸਿਆਸੀ ਸਰਗਰਮੀ ਦੀ ਕਰ ਰਹੇ ਹਾਂ, ਕਿਉਂਕਿ ਹੁਣ ਟਿਕਟ ਦੀ ਦੌੜ ਛਿੜ ਪਈ ਹੈ। ਇਹਦੇ 'ਚ ਸਰ ਕੋਈ ਦੋ ਰਾਏ ਨਹੀਂ ਹੈ। ਆਸ਼ੂ ਜੀ ਦੇ ਨਾਮ ਨੂੰ ਲੈ ਕੇ ਵਰਕਰਾਂ ਦਾ ਬਾਰ-ਬਾਰ ਇਹੋ ਜਿਹੀ ਸਰਗਰਮੀ ਬਹੁਤ ਮਾਰਕੀਟ 'ਚ ਚੱਲਦੀ ਪਈ ਕਿ ਆਸ਼ੂ ਜੀ ਦੇ ਨਾਮ ਨੂੰ ਲੈ ਕੇ ਜੋ ਦਿਹਾਤੀ ਦੇ ਵਰਕਰ ਨੇ ਉਹ ਅਸੰਤੁਸ਼ਟ ਨੇ। ਮੇਰੀ ਨੌਲੇਜ ਨਹੀਂ ਸਰ, ਤੁਸੀਂ ਵੀ ਆਖਰ ਵਿਚਰਨੇ ਹੋ, ਇਹ ਟਿੱਪਣੀ ਨਹੀਂ ਸਰ ਕਰਨਾ ਚਾਹੁੰਦੇ? ਨਹੀਂ, ਮੇਰੀ ਨੌਲੇਜ ਹੈ ਹੀ ਨਹੀਂ, ਮੈਂ ਕਿਉਂ ਟਿੱਪਣੀ ਕਰੂੰਗਾ? ਜੇ ਮੇਰੀ ਨੌਲੇਜ ਹੋਏਗਾ ਤਾਂ ਮੈਂ ਗੱਲ ਕਰੂੰਗਾ, ਲੇਕਿਨ ਮੈਨੂੰ ਇਦਾਂ ਦਾ ਕੁਝ ਲੱਗਿਆ ਨਹੀਂ, ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ। ਫਿਰੋਜ਼ਪੁਰ 'ਚ ਲੋਕਲ ਲੋਕਾਂ ਲਈ ਕੈਂਡੀਡੇਟ ਹੀ ਨਹੀਂ ਹੈ।
ਨਹੀਂ ਫਿਰੋਜ਼ਪੁਰ ਤੁਸੀਂ ਦੇਖੋ ਫਿਰੋਜ਼ਪੁਰ ਬਾਰ-ਬਾਰ ਤੁਸੀਂ ਸ਼ਬਦ ਫਿਰੋਜ਼ਪੁਰ ਯੂਜ਼ ਕਰਦੇ ਹੋ। ਨਹੀਂ ਸਰ, ਫਿਰੋਜ਼ਪੁਰ ਦੇ ਵਿੱਚ local- 4 ਹਲਕੇ ਨੇ, ਤੁਸੀਂ ਕਿਹੜੇ ਹਲਕੇ ਦੀ ਗੱਲ ਮੈਂ ਸਰ ਦਿਹਾਤੀ ਦੀ ਗੱਲ ਕਰਦਾ। ਫਿਰੋਜ਼ਪੁਰ ਦਿਹਾਤੀ ਦੇ ਵਿੱਚ ਲੋਕਲ ਕਿਉਂ ਨਹੀਂ ਹੈਗੇ ਨੇ? ਬਿਲਕੁਲ ਸਾਡੇ ਲੋਕਲ ਹੈਗੇ ਨੇ। ਮੈਂ ਜੰਪਾਲਾ ਫਿਰੋਜ਼ਪੁਰ ਦਾ। ਸਰ ਜੇ ਗੱਲ ਕਰੀਏ ਹੁਣ ਕੇਜਰੀਵਾਲ ਸਾਹਿਬ ਦੀ, ਉਹਨਾਂ ਨੂੰ ਵੀ ਆ ਕੇ ਪੰਜਾਬ 'ਚ ਕਹਿਣਾ ਪੈਂਦਾ ਹੈ ਕਿ ਇੱਕ ਸਿੱਖ ਚਿਹਰਾ ਮੁੱਖ ਮੰਤਰੀ ਹੋਏਗਾ, ਜਦ ਕਿ ਪੰਜਾਬ ਦੇ ਲੋਕ ਵਿਦੇਸ਼ਾਂ ਵਿੱਚ ਜਾਂਦੇ ਨੇ, ਜਾਂ ਅਮਰੀਕਾ ਦੀ ਗੱਲ ਕਰੀਏ ਉੱਥੇ ਮੁਸਲਿਮਸ ਵੀ ਵੱਡੇ ਅਹੁਦਿਆਂ ਤੇ ਕਾਬਿਜ਼ ਹੁੰਦੇ ਨੇ, ਹਿੰਦੂ ਵੀ ਹੁੰਦੇ, ਸਿੱਖ ਵੀ ਹੁੰਦੇ ਆ। ਈਵਨ ਕਿ ਕੈਨੇਡਾ ਦੇ ਜੋ ਡਿਫੈਂਸ ਮਿਨਿਸਟਰ ਨੇ ਉਹ ਵੀ ਇੱਕ ਸਿੱਖ ਰਹੇ ਨੇ। ਮਗਰ ਪੰਜਾਬ 'ਚ ਇਹ ਕਿਉਂ ਨਹੀਂ ਕਿਹਾ ਜਾਂਦਾ ਕਿ ਇੱਕ ਇਮਾਨਦਾਰ ਵਿਅਕਤੀ ਲੈ ਕੇ ਆਵਾਂਗੇ, ਜਾਂ ਪੰਜਾਬ ਨੂੰ ਇੱਕ ਸਿੱਖ ਚਿਹਰੇ ਦੀ ਹੀ ਜ਼ਰੂਰਤ ਹੈ ਕਿ ਹੋਰ ਬੰਦੇ ਇਸ ਕੈਪੇਬਿਲਿਟੀ ਨਹੀਂ ਹੋਣਾ? ਸਿੱਖ ਚਿਹਰਾ ਹੋਣਾ ਜ਼ਰੂਰੀ ਹੈ ਕਿ ਇੱਕ ਇਮਾਨਦਾਰ ਵਿਅਕਤੀ ਹੋਣਾ? ਕਾਬਲ ਵਿਅਕਤੀ ਹੋਣਾ ਜ਼ਰੂਰੀ ਹੈ। ਉਹ ਚਾਹੇ ਕੋਈ ਵੀ ਹੋ ਸਕਦਾ ਹੈ। ਉਹ ਸਿੱਖ ਵੀ ਹੋ ਸਕਦਾ ਹੈ, ਹਿੰਦੂ ਵੀ ਹੋ ਸਕਦਾ ਹੈ, ਮੁਸਲਿਮ ਵੀ ਹੋ ਸਕਦਾ ਹੈ, ਈਸਾਈ ਵੀ ਹੋ ਸਕਦਾ ਹੈ। ਕਾਬਲ ਹੋਣਾ ਜ਼ਰੂਰੀ ਹੈ। ਸਰ ਲੋਕਾਂ ਦਾ ਰੁਝਾਨ ਕਿਉਂ ਲੱਗਦਾ ਹੈ ਕਿ ਕੇਜਰੀਵਾਲ ਸਾਹਿਬ ਨੂੰ ਇੱਕ ਮਜਬੂਰ ਜਾਂ ਵਿਵਸ਼ ਹੋਣਾ ਪਿਆ ਕਿ ਕਹਿਣਾ ਪਿਆ ਕਿ ਸਿੱਖ ਚਿਹਰਾ ਹੋਏਗਾ, ਪੰਜਾਬ ਤੋਂ ਹੀ ਹੋਏਗਾ? ਹਿੰਦੂ ਤੇ ਦਲਿਤ ਦੋ ਚੀਜ਼ਾਂ ਨੇ ਜਾਂ ਇੱਕ ਚੀਜ਼ ਹੈ? ਹਿੰਦੂ ਔਰ ਦਲਿਤ ਇਹ ਪੋਲੀਟੀਸ਼ੀਅਨ ਨੇ ਅਲੱਗ-ਅਲੱਗ ਕੀਤੀ ਹੈ, ਲੇਕਿਨ ਹਿੰਦੂ ਔਰ ਦਲਿਤ ਇੱਕੋ ਹੀ ਹੈ। ਸੁਖਬੀਰ ਸਾਹਿਬ ਕਹਿ ਰਹੇ ਇੱਕ ਦਲਿਤ ਮੁੱਖ ਮੰਤਰੀ ਹੋਏਗਾ, ਇੱਕ ਹਿੰਦੂ ਮੁੱਖ ਮੰਤਰੀ ਹੋਏਗਾ। ਦੇਖੋ ਇਹ ਤਾਂ ਸਰ ਅਲੱਗ ਕਰਦੇ ਨਾ ਫਿਰ। ਇਹਨਾਂ ਨੇ ਅਲੱਗ ਕਰਤਾ ਨਾ। ਮੈਂ ਹੁਣੇ ਤੁਸੀਂ ਮੈਨੂੰ ਸਵਾਲ ਪੁੱਛਿਆ ਹੈ ਕਿ ਮੁੱਖ ਮੰਤਰੀ, ਮੈਂ ਤੁਹਾਨੂੰ ਕਿਹਾ ਕਿ ਮੁੱਖ ਮੰਤਰੀ ਕਾਬਲ ਹੋਣਾ ਚਾਹੀਦਾ ਹੈ। ਉਹ ਹਿੰਦੂ ਵੀ ਹੋ ਸਕਦਾ, ਮੁਸਲਮਾਨ ਵੀ ਹੋ ਸਕਦਾ, ਸਿੱਖ ਵੀ ਹੋ ਸਕਦਾ, ਈਸਾਈ ਵੀ ਹੋ ਸਕਦਾ, ਦਲਿਤ ਵੀ ਹੋ ਸਕਦਾ। ਇੱਕ ਫਿਰੋਜ਼ਪੁਰ ਵਾਸੀਆਂ ਦਾ ਸੁਪਨਾ ਪੀਜੀਆਈ, ਇਸ ਤੇ ਕੋਈ ਦੋ ਸ਼ਬਦ ਤੁਸੀਂ ਕਹਿਣਾ ਚਾਹੋਗੇ? ਦੇਖੋ ਪੀਜੀਆਈ ਤੁਹਾਡਾ ਹਾਸਾ ਆ ਗਿਆ ਸਵਾਲ ਸਰ ਤੁਹਾਨੂੰ? ਪੀਜੀਆਈ ਤਾਂ ਨਾ ਸੁਣ। ਸਾਰਿਆਂ ਦੀ ਆਸ ਉਮੀਦ ਹੈ ਕਿ ਪੀਜੀਆਈ ਇੱਥੇ ਬਣਨਾ ਚਾਹੀਦਾ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਨੀਕਾਰੂ ਮਫਲੂ ਐਸ ਦੇ ਇੰਡੀਪੈਂਡੈਂਟ ਡਿਜੀਟਲ ਪਲੇਟਫਾਰਮ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ। ਜਿੱਦਾਂ ਕਿ ਤੁਸੀਂ ਜਾਣਦੇ ਹੋ, ਪੰਜਾਬ ਦੀ ਵੱਧਦੀ ਗਰਮੀ ਦੇ ਨਾਲ ਸਿਆਸੀ ਪਾਰਾ ਵੀ ਚੜ੍ਹਨਾ ਸ਼ੁਰੂ ਹੋ ਗਿਆ ਸੀ। ਹਾਲਾਂਕਿ ਹੁਣ ਮੀਂਹ ਪੈ ਰਹੇ ਨੇ, ਗਰਮੀ ਤੋਂ ਲੋਕਾਂ ਨੂੰ ਕੁਝ ਰਾਹਤ ਹੈ, ਮਗਰ ਸਿਆਸੀ ਸਰਗਰਮੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਣ ਦੇ ਨਾਲ ਹੋਰ ਤੇਜ਼ ਹੁੰਦੀਆਂ ਜਾ ਰਹੀਆਂ ਨੇ। ਸਿਆਸਤ ਦਾ ਪਾਰਾ ਲਗਾਤਾਰ ਚੜ੍ਹਦਾ ਜਾ ਰਿਹਾ ਹੈ। ਸੋ ਇਸੇ ਪਾਰੇ ਦੇ ਉਤਾਰ ਚੜ੍ਹਾਅ ਨੂੰ ਨਾਪਣ ਲਈ ਸਾਡੇ ਨਾਲ ਅੱਜ ਮੌਜੂਦ ਨੇ ਐਡਵੋਕੇਟ ਰਜਨੀਸ਼ ਦੀਆ ਜੀ, ਜਿਨ੍ਹਾਂ ਨਾਲ ਅਸੀਂ ਇਸ ਸਿਆਸੀ ਪਾਰੇ ਦੇ ਉਤਾਰ ਚੜ੍ਹਾਅ 'ਤੇ ਚਰਚਾ ਕਰਾਂਗੇ ਤੇ ਕੁਝ ਗੱਲਾਂ ਕਰਾਂਗੇ ਉਹਨਾਂ ਦੇ ਨਿੱਜੀ ਜੀਵਨ ਨੂੰ ਲੈ ਕੇ। ਸੋ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਰਜਨੀਸ਼ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਾਡੇ ਇੰਡੀਪੈਂਡੈਂਟ ਡਿਜੀਟਲ ਪਲੇਟਫਾਰਮ ਤੇ। ਧੰਨਵਾਦ ਜੀ, ਬਹੁਤ-ਬਹੁਤ ਧੰਨਵਾਦ। ਸੋ ਰਜਨੀਸ਼ ਜੀ, ਸਵਾਲਾਂ ਦੀ ਸ਼ੁਰੂਆਤ ਕਰਨੇ ਆ। ਸਿਆਸਤ ਤੇ ਵਕੀਲਾਂ ਦਾ ਇੱਕ ਬੜਾ ਗੂੜਾ ਰਿਸ਼ਤਾ ਹੁੰਦਾ ਹੈ। ਜੇ ਕੇਂਦਰ ਦੀ ਗੱਲ ਕਰੀਏ ਉੱਥੇ ਵੀ ਤੇ ਰਾਜ ਸਰਕਾਰਾਂ ਦੀ ਕਰੀਏ ਉੱਥੇ ਵੀ। ਤੁਹਾਡੀ ਸ਼ੁਰੂਆਤ ਕਿਸ ਤਰੀਕੇ ਨਾਲ ਹੋਈ? ਦੇਖੋ ਮੇਰੀ ਸ਼ੁਰੂਆਤ ਇੱਦਾਂ ਹੈ ਕਿ ਮੈਂ 2001 ਤੋਂ ਵਕਾਲਤ ਦੇ ਪੇਸ਼ੇ ਵਿੱਚ ਹਾਂ। ਤਕਰੀਬਨ 20 ਸਾਲ ਦਾ ਮੇਰਾ ਇੱਕ ਬੜਾ ਸੁਨਹਿਰਾ ਸਮਾਂ ਜਿਹੜਾ ਮੈਂ ਵਕਾਲਤ ਦੇ ਵਿੱਚ ਮੇਰਾ ਨਿਕਲਿਆ, ਔਰ ਇਹਨਾਂ ਦੌਰਾਨ ਬਹੁਤ ਹਜ਼ਾਰਾਂ ਕੇਸ ਮੇਰੇ ਹੱਥੋਂ ਨਿਕਲੇ ਨੇ। ਔਰ ਸਿਆਸਤ ਦੇ ਵਿੱਚ ਆਉਣ ਦਾ ਜਿਹੜਾ ਮੈਂ ਜਿਹੜਾ ਸਿਆਸਤ ਵੱਲ ਆਇਆ, ਕਿਉਂਕਿ ਸ਼ੁਰੂ ਤੋਂ ਹੀ ਸਮਾਜ ਦੀ ਸੇਵਾ ਕਰਨ ਦਾ, ਲੋਕਾਂ ਦੀ ਸੇਵਾ ਕਰਨ ਦਾ ਮਨ ਦੇ ਵਿੱਚ ਇੱਕ ਜਜ਼ਬਾ ਸੀ। ਧਾਰਮਿਕ ਸੰਸਥਾਵਾਂ ਨਾਲ ਮੈਂ ਜੁੜਿਆ ਹੋਇਆ ਔਰ ਕਈ ਤਰ੍ਹਾਂ ਦੀਆਂ ਜਥੇਬੰਦੀਆਂ ਨਾਲ ਮੈਂ ਜੁੜਿਆ ਹੋਇਆ। ਕਈ ਤਰ੍ਹਾਂ ਦੇ ਜਿਹੜੇ ਹੈਗੇ ਸਾਡੇ ਸੋਸ਼ਲ ਐਕਟੀਵਿਟੀਜ਼ ਦੇ ਵਿੱਚ ਮੈਂ ਸ਼ਾਮਿਲ ਰਿਹਾ। ਸੋ ਮਨ ਦੇ ਵਿੱਚ ਆਇਆ ਕਿ ਪੋਲੀਟਿਕਸ ਦੇ ਵਿੱਚ ਜਾ ਕੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਔਰ ਆਮ ਆਦਮੀ ਪਾਰਟੀ ਨਾਲ ਮੇਰਾ ਲਗਾਵ ਜਦੋਂ ਅਰਵਿੰਦ ਕੇਜਰੀਵਾਲ ਜੀ ਨੇ ਜਨ ਅੰਦੋਲਨ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਜਨਮ ਹੋਇਆ, ਉਸ ਤੋਂ ਬਾਅਦ ਦੇਖਿਆ ਕਿ ਇੱਕ IRS ਆਫੀਸਰ ਆਪਣੇ ਇਨਕਮ ਟੈਕਸ ਕਮਿਸ਼ਨਰ ਦੀ ਪੋਸਟ ਨੂੰ ਰਿਜ਼ਾਈਨ ਦੇ ਕੇ ਲੋਕਾਂ ਦੇ ਭਲੇ ਲਈ ਇੱਕ ਰਾਜਨੀਤੀ ਦੇ ਵਿੱਚ ਜਦੋਂ ਆਇਆ ਤਾਂ ਉਹਨਾਂ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ। ਔਰ ਉਹਨਾਂ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਮੇਰੇ ਮਨ ਦੇ ਵਿੱਚ ਆਇਆ ਕਿ ਮੈਂ ਇੱਕ ਆਮ ਆਦਮੀ ਪਾਰਟੀ ਦਾ ਸਿਪਾਹੀ ਬਣਾ। ਨਹੀਂ ਰਜਨੀਸ਼ ਜੀ, ਗੱਲ ਕਰੀਏ ਤੇ ਟੀਚਰਸ ਲੈ ਲਈਏ, ਹੋਰ ਪੇਸ਼ਿਆਂ ਦੇ ਲੋਕ ਲੈ ਲਈਏ, ਉਹਨਾਂ ਦਾ ਸਿਆਸਤ 'ਚ ਇੰਨਾ ਨਹੀਂ ਹੁੰਦਾ। ਵਕੀਲ ਜ਼ਿਆਦਾ ਸਿਆਸਤ ਨਾਲ ਜੁੜਦੇ ਨੇ, ਬੜਾ ਗੂੜਾ ਰਿਸ਼ਤਾ ਰਿਹਾ ਹੈ। ਚਾਹੇ ਜੇਤਲੀ ਜੀ ਦੀ ਗੱਲ ਕਰੀਏ ਜਾਂ ਹੋਰ ਆਪਾਂ ਮੁੱਖ ਆਗੂਆਂ ਦੀ ਗੱਲ ਕਰੀਏ, ਸਿਆਸਤ ਨਾਲ ਇਹਨਾਂ ਦਾ, ਵਕੀਲਾਂ ਦਾ ਬੜਾ ਗੂੜਾ ਰਿਸ਼ਤਾ ਹੈ। ਕੀ ਇਹਦੇ ਪਿੱਛੇ ਵਜ੍ਹਾ ਕੀ ਹੈ? ਦੇਖੋ ਤੁਸੀਂ, ਜੇ ਆਪਾਂ ਇੰਡੀਆ ਦੇ ਪੋਲੀਟਿਕਸ ਦਾ ਜੇ ਅਸੀਂ ਇਤਿਹਾਸ ਵੇਖੀਏ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ ਕਿ ਵਕੀਲ
ਜਿਹੜੇ ਸਾਡੇ ਸਮਾਜ ਦੇ ਵਿੱਚੋਂ ਭਾਈਚਾਰੇ ਦੇ ਵਿੱਚੋਂ ਮੈਕਸਿਮਮ ਦੇਣ ਪੋਲਿਟਿਕਸ ਨੂੰ ਜਿਹੜੀ ਦੇਣ ਹੈ ਉਹ ਸਾਡੇ ਐਡਵੋਕੇਟਸ ਫੈਕਲਟੀ ਦੀ ਹੈ। ਜੇ ਅਸੀਂ ਗੱਲ ਕਰੀਏ ਦੇਸ਼ ਦੀ ਆਜ਼ਾਦੀ ਵੇਲੇ ਤੇ ਆਜ਼ਾਦੀ ਦੀ ਲੜਾਈ ਦੇ ਵਿੱਚ ਜੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸੀ ਤੇ ਉਹ ਵੀ ਐਡਵੋਕੇਟ ਸੀਗੇ, ਔਰ ਸਾਡੇ ਫਾਦਰ ਆਫ ਨੇਸ਼ਨ ਮਹਾਤਮਾ ਗਾਂਧੀ ਜੀ ਜਦੋਂ ਸਾਊਥ ਅਫਰੀਕਾ ਤੋਂ ਆਪਦੀ ਵਕਾਲਤ ਕਰਕੇ ਇੰਡੀਆ ਦੇ ਵਿੱਚ ਆਏ ਨੇ, ਔਰ ਇੰਡੀਆ ਦੇ ਵਿੱਚ ਆ ਕੇ ਜਦੋਂ ਇੱਥੋਂ ਦੇ ਹਾਲਾਤ ਵੇਖੇ ਤਾਂ ਫਿਰ ਉਹਨਾਂ ਦੇ ਸਾਡੇ ਦੇਸ਼ ਦੀ ਆਜ਼ਾਦੀ ਦੀ ਲੜਾਈ ਸਟਾਰਟ ਕੀਤੀ। ਔਰ ਦੁਨੀਆ ਦੀ ਜੇ ਮੈਂ ਗੱਲ ਕਰਾਂ ਕਿਸੇ ਵਕੀਲ ਦੀ, ਕਿਸੇ ਐਡਵੋਕੇਟ ਸਾਹਿਬ ਦੀ ਜਿਨ੍ਹਾਂ ਨੇ ਆਜ਼ਾਦੀ ਦੇ ਨਾਲ ਦੁਨੀਆ ਲਈ ਜੇ ਕੁਝ ਕੀਤਾ ਹੈ ਤਾਂ ਉਹਦੇ ਵਿੱਚ ਇੱਕੋ ਇੱਕ ਨਾਂ ਜਿਹਨੂੰ ਕਿ ਅਸੀਂ ਬੜੇ ਮਾਣ ਤੇ ਸਤਿਕਾਰ ਨਾਲ ਬਾਬਾ ਸਾਹਿਬ ਡਾਕਟਰ BR ਅੰਬੇਡਕਰ ਸਾਹਿਬ ਬੁਲਾਉਂਦੇ ਹਾਂ, ਭਾਰਤ ਰਤਨ, ਜੋ ਕਿ ਬਾਰ ਐਟ ਲਾ ਹੋ ਕੇ ਇੱਕ ਵਕੀਲ ਸਮਾਜ ਤੋਂ ਆ ਕੇ ਜਿਨ੍ਹਾਂ ਨੇ ਨਾ ਸਿਰਫ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਆਪਣਾ ਯੋਗਦਾਨ ਪਾਇਆ ਬਲਕਿ ਦੇਸ਼ ਨੂੰ ਇੱਕ ਇਹੋ ਜਿਹਾ ਸੰਵਿਧਾਨ ਲਿਖ ਕੇ ਦੇ ਗਏ ਜਿਹਦੀ ਚਰਚਾ ਅੱਜ ਦੁਨੀਆ ਦੇ ਵਿੱਚ ਹੁੰਦੀ ਹੈ। ਔਰ ਉਹਨਾਂ ਦੇ ਲਿਖੇ ਸੰਵਿਧਾਨ ਕਰਕੇ ਅੱਜ ਭਾਰਤ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਲੋਕਤਾਂਤਰਿਕ ਦੇਸ਼ ਹੈ। ਰਜਨੀਸ਼ ਜੀ, ਜੇਕਰ ਗੱਲ ਕਰੀਏ ਕਾਫੀ ਲੰਬਾ ਸਮਾਂ ਹੋ ਗਿਆ ਤੁਹਾਨੂੰ ਪਾਰਟੀ 'ਚ, ਹੁਣ ਇਸ ਵੇਲੇ ਚੋਣਾਂ ਨਜ਼ਦੀਕ ਨੇ, ਤੁਸੀਂ ਆਪਦੀ ਪਾਰਟੀ 'ਚ ਆਪਣੇ ਆਪ ਨੂੰ ਕਿੱਥੇ ਪਾਉਂਦੇ ਹੋ ਇੰਨਾ ਲੰਬਾ ਸਫ਼ਰ ਤੈਅ ਕਰਨ ਤੋਂ ਬਾਅਦ? ਦੇਖੋ, ਪਾਰਟੀ ਦੇ ਵਿੱਚ ਮੈਂ ਕਾਫੀ ਲੰਬੇ ਸਮੇਂ ਤੋਂ ਐਕਟਿਵ ਹਾਂ ਔਰ ਕਈ ਅਹੁਦਿਆਂ ਦੇ ਉੱਤੇ ਪਾਰਟੀ ਨੇ ਮੈਨੂੰ ਨਵਾਜ਼ਿਆ ਔਰ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ। ਮੈਂ SC ਵਿੰਗ ਦੇ ਵਿੱਚ ਪੰਜਾਬ ਦਾ ਜਨਰਲ ਸੈਕਟਰੀ ਵੀ ਮੈਂ ਜਦੋਂ ਸਾਡੀ ਪਿਛਲਾ ਸੰਗਠਨ ਸੀ ਉਹਦੇ ਵਿੱਚ ਮੈਂ ਸੇਵਾਵਾਂ ਨਿਭਾਈਆਂ ਨੇ, ਔਰ ਹਲਕੇ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਉਹ ਹਲਕਾ ਇੰਚਾਰਜ ਦੀ ਹੁੰਦੀ ਹੈ। ਆਮ ਆਦਮੀ ਪਾਰਟੀ ਫਿਰੋਜ਼ਪੁਰ ਦਿਹਾਤੀ ਵੱਲੋਂ ਮੈਂ ਹਲਕਾ ਇੰਚਾਰਜ ਦੀ ਵੀ ਸੇਵਾਵਾਂ ਨਿਭਾ ਚੁੱਕਿਆ ਔਰ ਹੁਣ ਜਿਹੜਾ ਨਵਾਂ ਸੰਗਠਨ ਸਾਹਮਣੇ ਬਣ ਕੇ ਆਇਆ, ਨਵੇਂ ਸੰਗਠਨ ਦੇ ਵਿੱਚ ਮੇਰੇ ਕੋਲ ਜ਼ਿਲ੍ਹਾ ਫਿਰੋਜ਼ਪੁਰ ਦੇ SC ਵਿੰਗ ਦੀ ਜ਼ਿਲ੍ਹਾ ਪ੍ਰਧਾਨਗੀ ਦੀ ਜ਼ਿੰਮੇਵਾਰੀ ਹੈ ਔਰ ਮੈਂ ਬਹੁਤ ਬਖੂਬੀ ਆਪਣੇ ਬੈਸਟ ਐਫਰਟਸ ਦੇ ਨਾਲ ਇਸ ਜ਼ਿੰਮੇਵਾਰੀ ਨੂੰ ਨਿਭਾ ਰਿਹਾ। ਮੈਨੂੰ ਬਹੁਤ ਖੁਸ਼ੀ ਹੈ ਕਿ ਪਾਰਟੀ ਦੇ ਵਿੱਚ ਮੇਰੇ ਵਰਗੇ ਨਿਮਾਣੇ ਨੂੰ ਇੱਕ ਇਹਨਾਂ ਵੱਡੇ ਜ਼ਿੰਮੇਵਾਰੀਆਂ ਦੇ ਕੇ ਪਾਰਟੀ ਨੇ ਮੇਰਾ ਬਹੁਤ ਸਨਮਾਨ ਵਧਾਇਆ ਔਰ ਮੈਂ ਪਾਰਟੀ ਲਈ ਦਿਨ ਰਾਤ ਜਿੰਨੀ ਕਿ ਮੇਰੀ ਹੈਸੀਅਤ ਹੈ, ਮੈਂ ਆਪਦੀ ਹੈਸੀਅਤ ਤੋਂ ਵੱਧ ਹੋ ਕੇ ਪਾਰਟੀ ਦੀ ਸੇਵਾ ਕਰ ਰਿਹਾ। ਰਜਨੀਸ਼ ਜੀ, ਜੇ ਗੱਲ ਕਰੀਏ ਆਪਾਂ ਲੋਕਲ ਹੁਣ ਫਿਰੋਜ਼ਪੁਰ ਤੇ ਦਿਹਾਤੀ ਸੀਟਾਂ ਦੀ, ਇੱਥੇ ਪੋਸਟਰ ਵਾਰ ਜੋ ਚੱਲਦੀ ਪਈ ਹੈ ਕਿਸੇ ਤੋਂ ਛਿਪੀ ਨਹੀਂ ਹੈ। ਤੁਸੀਂ ਵੀ ਇਸ ਰੇਸ ਦੇ ਵਿੱਚ ਦਾਅਵੇਦਾਰ ਹੋ, ਤੁਸੀਂ ਇਸ ਟਾਈਮ ਸਟਰੋਂਗ ਕੰਪੀਟੀਟਰ ਕਿਸ ਨੂੰ ਦੇਖ ਰਹੇ ਹੋ ਪਾਰਟੀ ਦੇ? ਤੁਹਾਡਾ ਸਵਾਲ ਪੋਸਟਰ ਵਾਰ ਨੂੰ ਲੈ ਕੇ ਹੈ ਕਿ ਤੁਹਾਡਾ ਸਵਾਲ ਕੈਂਡੀਡੇਟ ਕੰਪੀਟੀਟਰ ਨੂੰ ਲੈ ਕੇ? ਪਹਿਲਾਂ ਤਾਂ ਮੈਨੂੰ ਇਹ ਕਲੀਅਰ ਸਰ, ਗੱਲ ਇਸ ਤਰ੍ਹਾਂ ਹੈ ਨਾ ਕਿ ਪੋਸਟਰ ਵਾਰ ਚੱਲਦੀ ਪਈ ਹੈ, ਜੋ ਦਾਅਵੇਦਾਰ ਹੈ ਉਹੀ ਪੋਸਟਰ ਲਗਾ ਰਿਹਾ ਹੈ। ਦੇਖੋ, ਪੋਸਟਰ ਵਾਰ ਦੀ ਜਿਹੜੀ ਗੱਲ ਹੈ, ਇਹ ਪੋਸਟਰ ਵਾਰ ਤੁਹਾਡੀ ਨਜ਼ਰ ਦੇ ਵਿੱਚ ਹੈ, ਲੋਕਾਂ ਦੀ ਨਜ਼ਰ ਦੇ ਵਿੱਚ ਹੈ, ਸਾਡੀ ਪੋਸਟਰ ਵਾਰ ਨਹੀਂ ਹੈ। ਜਿਹੜੇ ਸਾਡੇ ਫਲੈਕਸ ਪੋਸਟਰ ਲੱਗਦੇ ਨੇ ਉਹਨਾਂ ਦੇ ਉੱਤੇ ਇੱਕ ਪਾਰਟੀ ਦਾ ਮੈਸੇਜ ਹੁੰਦਾ ਹੈ। ਬਿਲਕੁਲ, ਪਾਰਟੀ ਦਾ ਇੱਕ ਮੈਸੇਜ ਆਉਂਦਾ ਔਰ ਪਾਰਟੀ ਵੱਲੋਂ ਸਾਨੂੰ ਹਦਾਇਤ ਹੁੰਦੀ ਵੀ ਇਸ ਮੈਸੇਜ ਨੂੰ ਤੁਸੀਂ ਪਬਲਿਕਲੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ। ਘਰ ਘਰ ਡੋਰ ਟੂ ਡੋਰ ਜਾ ਕੇ ਉਸ ਮੈਸੇਜ ਨੂੰ ਪਬਲਿਕ ਤੱਕ ਪਹੁੰਚਾਉਣ ਦੇ ਵਿੱਚ ਸਮਾਂ ਲੱਗਦਾ ਹੈ, ਲੇਕਿਨ ਉਹੀ ਮੈਸੇਜ ਜਦੋਂ ਅਸੀਂ ਪੋਸਟਰ ਤੇ ਫਲੈਕਸ ਤੇ ਹੋਲਡਿੰਗ ਬੋਰਡਸ ਰਾਹੀਂ ਜਦੋਂ ਅਸੀਂ ਜਨਤਕ ਲਾ ਦਿੰਦੇ ਹਾਂ ਤਾਂ ਉਹ ਲੰਘਦੇ ਟੱਪਦੇ ਜਿਹੜੇ ਲੋਕ ਨੇ ਉਹਨੂੰ ਪੜ੍ਹਦੇ ਨੇ ਤਾਂ ਪਾਰਟੀ ਦਾ ਮੈਸੇਜ ਇੱਕ ਈਜ਼ੀ ਵੇ ਦੇ ਨਾਲ ਲੋਕਾਂ ਤੱਕ ਪਹੁੰਚ ਜਾਂਦਾ ਹੈ। ਸਰ, ਇੱਕੋ ਕੰਧ ਤੇ 3 ਜਣਿਆਂ ਦਾ ਮੈਸੇਜ? ਦੇਖੋ, ਇਹ ਜਿਹੜੇ ਸਾਡੇ ਵਲੰਟੀਅਰਸ ਨੇ ਕਈ ਵਾਰੀ ਉਹਨਾਂ ਨੂੰ ਸਪੇਸ ਨਹੀਂ ਮਿਲਦਾ, ਕਈ ਵਾਰੀ ਇਹੋ ਜਿਹੇ ਵੀ ਮੌਕੇ ਆ ਜਾਂਦੇ ਸਾਨੂੰ ਇੱਕ ਦੀਵਾਰ ਤੇ 2-2 3-3 ਲਾਣੇ ਪੈ ਜਾਂਦੇ ਨੇ। ਉਹਦਾ ਕਾਰਨ ਇਹ ਹੈ ਕਿ ਪਾਰਟੀ ਨੇ ਇੱਕ ਚੀਜ਼ ਕਹੀ ਹੈ ਵੀ ਮੰਨ ਕੇ ਚਲੋ 2 ਜਾਂ ਅਸੀਂ ਜਿੰਨੇ ਵੀ ਵਿਚਰਦੇ ਪਏ ਹਲਕੇ ਦੇ ਵਿੱਚ ਤੁਹਾਡੇ ਸਾਰਿਆਂ ਦਾ ਮੈਸੇਜ ਲੱਗਣਾ ਚਾਹੀਦਾ। ਹਲਕੇ ਦੇ ਵਿੱਚ ਕੀ ਆ, ਲੋਕ ਕਹਿੰਦੇ ਨੇ ਅੱਜ ਦਈਆ ਸਾਹਿਬ ਦਾ ਇਹ ਪੋਸਟਰ ਲੱਗਿਆ, ਦਈਆ ਸਾਹਿਬ ਦਾ ਮੈਸੇਜ ਆ ਗਿਆ, ਇਹਦਾ ਮਤਲਬ ਇਕੱਲੇ ਉਹ ਨੇ, ਇਹਦਾ ਮਤਲਬ ਹੋਰ ਕਿਸੇ ਦਾ ਕੋਈ ਮੈਸੇਜ ਨਹੀਂ ਹੈ। ਸੋ ਕਿਤੇ ਨਾ ਕਿਤੇ ਇਹ ਵੀ ਕਾਰਨ ਹੋ ਸਕਦਾ ਹੈ ਵੀ ਜਿਹੜੇ ਬਾਕੀ ਸਾਡੇ ਸਾਥੀ ਸਾਹਿਬਾਨ ਨੇ ਉਹ ਆਪਦਾ ਪ੍ਰਚਾਰ ਜਾਂ ਆਪਦੀ ਪਾਰਟੀ ਦੀ ਜਿਹੜੀ ਵੀ ਪਾਲਿਸੀਜ਼ ਲੋਕਾਂ ਤੱਕ ਪਹੁੰਚਾਉਣੀ ਹੁੰਦੀ ਉਹ ਪਹੁੰਚਾਉਂਦੇ। ਸਰ, ਮੈਸੇਜ ਤਾਂ ਉਹਦੇ 'ਚ ਪਾਰਟੀ ਦਾ ਇੱਕੋ ਚੋਣ ਪ੍ਰਚਾਰ ਹੀ ਹੁੰਦਾ, ਮੈਸੇਜ ਹੋਰ ਉਹਦੇ 'ਚ ਕੋਈ ਚੁਣਾਵੀ ਵਾਅਦਾ ਜਾਂ ਐਸਾ ਤਾਂ ਕੁਝ ਦੇਖਣ ਨੂੰ ਨਹੀਂ ਮਿਲਦਾ। ਤੁਸੀਂ ਮੈਸੇਜ ਦੀ ਗੱਲ ਕਰਦੇ ਪਏ ਹੋ, ਤੁਸੀਂ ਪੋਸਟਰ ਵਾਰ ਨਾ ਕਹਿ ਕੇ ਕਿ ਮੈਸੇਜ ਕਹਿੰਦੇ ਪਏ ਹੋ। ਨਹੀਂ, ਸਾਡੇ ਵੱਲੋਂ ਮੈਸੇਜ ਉਹ ਪੋਸਟਰ ਵਾਰ ਨਹੀਂ, ਸਾਡੇ ਆਪਸ ਦੇ ਵਿੱਚ ਤਾਂ ਕੋਈ ਹੋਰ ਨਹੀਂ, ਕਿਉਂਕਿ ਹਰ ਬੰਦਾ ਆਪਦੇ ਆਪਣੇ ਤਰੀਕੇ ਨਾਲ ਆਪਣੀ ਮਿਹਨਤ ਕਰ ਰਿਹਾ। ਬਿਲਕੁਲ ਸਰ, ਬੇਸਿਕ ਮੁੱਦੇ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਸਰਕਾਰ ਬਣਾਈ, ਚਾਹੇ ਆਪਾਂ ਕਹਿ ਲਈਏ ਮੈਡੀਕਲ ਫੈਸਿਲਿਟੀਜ਼ ਕਹਿ ਲਈਏ, ਸਕੂਲ ਕਹਿ ਲਈਏ ਜਾਂ ਟਰਾਂਸਪੋਰਟ ਜਾਂ ਹੋਰ ਇਨਫਰਾਸਟ੍ਰਕਚਰ ਕਹਿ ਲਈਏ, ਪੰਜਾਬ 'ਚ ਅਗਰ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ ਤੇ 5 ਸਾਲਾਂ ਦੇ ਵਿੱਚ ਇਹਨਾਂ ਨੂੰ ਲੱਗਦਾ ਹੈ ਕਿ ਤੁਸੀਂ ਅੱਜ
ਦਾਅਵਾ ਕਰਨੇ ਹੋ ਕਿ ਪਾਰਟੀ 5 ਸਾਲਾਂ ਦੇ ਵਿੱਚ ਇਹਨਾਂ ਨੂੰ ਸੁਧਾਰ ਪਾਏਗੀ? ਦੇਖੋ, ਇੰਪੋਸੀਬਲ ਕੁਛ ਵੀ ਨਹੀਂਗਾ ਜੇ ਕਿਸੇ ਵੀ ਕੰਮ ਨੂੰ ਕਰਨ ਦੀ ਸਾਫ਼ ਨੀਅਤ ਹੋਵੇ ਔਰ ਕ੍ਰਿਸਟਲ ਕਲੀਅਰ ਪਾਲਿਸੀ ਹੋਵੇ, ਕਿਉਂਕਿ ਅਸੀਂ ਲੋਕਾਂ ਨੂੰ, ਅਸੀਂ ਸਮਾਜ ਨੂੰ, ਅਸੀਂ ਸਿਸਟਮ ਨੂੰ ਤਾਂ ਹੀ ਬਦਲ ਸਕਦੇ ਜੇ ਸਾਡੇ ਕੋਲ ਨੀਅਤ ਔਰ ਨੀਤੀਆਂ ਦੋਵੇਂ ਹੋਣ। ਕਿਉਂਕਿ ਕੱਲੀ ਨੀਅਤ ਨਾਲ ਕੰਮ ਨਹੀਂ ਬਣਦਾ ਤੇ ਕੱਲੀ ਨੀਤੀਆਂ ਨਾਲ ਕੰਮ ਨਹੀਂ ਬਣਦਾ। ਨੀਅਤ ਅਤੇ ਨੀਤੀਆਂ ਦੋਵੇਂ ਹੋਣੀਆਂ ਚਾਹੀਦੀਆਂ ਨੇ। ਤੁਸੀਂ ਹੁਣ ਗੱਲ ਕੀਤੀ ਹੈ ਕਿ 5 ਸਾਲਾਂ ਦੇ ਵਿੱਚ ਤੁਸੀਂ ਆ ਬਦਲ ਪਾਓਗੇ, ਤੁਹਾਡੇ ਵਾਸਤੇ ਵੱਡਾ ਚੈਲੰਜ ਹੈ। ਮੈਂ ਕਹਿੰਦਾ ਕਿ ਸਾਡੇ ਵਾਸਤੇ ਵੱਡਾ ਚੈਲੰਜ ਜ਼ਰੂਰ ਹੈ, ਲੇਕਿਨ ਅਸੀਂ ਇਸ ਚੈਲੰਜ ਨੂੰ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਨਾ ਸਿਰਫ ਇਹਨੂੰ ਇਸ ਚੈਲੰਜ ਨੂੰ ਸਵੀਕਾਰ ਕੀਤਾ, ਬਲਕਿ ਇਸ ਚੈਲੰਜ ਦਾ ਜਵਾਬ ਵੀ ਦਿੱਤਾ। ਲੋਕਾਂ ਦੇ ਵਿੱਚ ਜਨ ਸੁਵਿਧਾਵਾਂ, ਸਿਹਤ ਸੁਵਿਧਾਵਾਂ, ਮੁੱਢਲੀਆਂ ਜਿਹੜੀਆਂ ਬੇਸਿਕਸ ਸਾਡੀਆਂ ਰਿਕੁਆਇਰਮੈਂਟਸ ਨੇ, ਜਿਹੜਾ ਪਬਲਿਕ ਨੂੰ ਮੁੱਢਲੇ ਤੌਰ ਤੇ ਚਾਹੀਦਾ, ਉਹ ਪ੍ਰੋਵਾਈਡ ਕਰਾ ਕੇ। ਸਰ, ਕੁਛ ਤਾਂ ਡਿਫਰੈਂਟ ਹਾਲਾਤ ਨੇ ਦਿੱਲੀ ਦੀ ਸਿਆਸਤ ਨੂੰ ਲੈ ਕੇ ਤੇ ਪੰਜਾਬ ਦੀ ਸਿਆਸਤ ਨੂੰ ਲੈ ਕੇ, ਫਿਰ ਵੀ 5 ਸਾਲਾਂ 'ਚ ਹੋ ਪਾਏਗਾ ਇਹਨਾਂ ਕੁਝ? ਦੇਖੋ ਜੀ, ਅਸੀਂ ਆਪਦੇ ਵੱਲੋਂ ਬੈਸਟ ਐਫਰਟਸ ਕਰਾਂਗੇ। ਤੁਸੀਂ ਗੱਲ ਕੀਤੀ ਕਿ ਦਿੱਲੀ ਔਰ ਪੰਜਾਬ ਦੇ ਸਿਆਸਤੀ ਹਾਲਾਤ ਵੱਖਰੇ ਨੇ, ਪਰ ਤੁਸੀਂ ਇੱਕ ਚੀਜ਼ ਨੋਟ ਕਰੋ, ਦਿੱਲੀ 'ਚ ਵੀ ਲੋਕ ਰਹਿੰਦੇ ਨੇ, ਪੰਜਾਬ 'ਚ ਵੀ ਲੋਕ ਰਹਿੰਦੇ ਨੇ। ਸਰ, ਉਸੇ ਮੁੱਦੇ ਤੇ ਮੈਂ ਆਵਾਂਗਾ ਵੀ ਕਿਉਂ ਹਾਲਾਤ ਵੱਖਰੇ ਨੇ, ਉਹ ਵੀ ਚਰਚਾ ਕਰਾਂਗੇ। ਮਗਰ ਇਸ ਮੇਰੀ ਗੱਲ ਤੋਂ ਹਾਂਜੀ ਸਰ, ਦਿੱਲੀ 'ਚ ਵੀ ਲੋਕ ਨੇ, ਪੰਜਾਬ 'ਚ ਵੀ ਲੋਕ ਨੇ। ਸਹੂਲਤਾਂ ਦਿੱਲੀ ਦੇ ਵੀ ਲੋਕਾਂ ਨੂੰ ਚਾਹੀਦੀਆਂ ਨੇ, ਉਹੀ ਸਹੂਲਤਾਂ ਪੰਜਾਬ ਦੇ ਲੋਕਾਂ ਨੂੰ ਵੀ ਚਾਹੀਦੀ, ਕਿਉਂਕਿ ਪੰਜਾਬ ਦਾ ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਹੈਲਥ ਸਿਸਟਮ ਬਿਲਕੁਲ ਚਰਮਰਾ ਗਿਆ ਹੈ ਔਰ ਐਜੂਕੇਸ਼ਨ ਸਿਸਟਮ ਤਾਂ ਕਿਤੇ ਦਿਸਦਾ ਹੀ ਨਹੀਂ ਪਿਆ ਹੈਗਾ। ਠੀਕ ਹੈ ਵੀ ਟੀਚਰ ਸਾਹਿਬਾਨ ਸਾਡੇ ਜਿਹੜੇ ਅਧਿਆਪਕ ਵਰਗ ਬਹੁਤ ਮਿਹਨਤ ਕਰਦੇ ਨੇ, ਲੇਕਿਨ ਉਹਨਾਂ ਦੀ ਮਿਹਨਤ, ਉਹਨਾਂ ਦੀ એનર્ਜੀ, ਉਹਨਾਂ ਦੀ ਜਿਹੜੀ ਐਜੂਕੇਸ਼ਨ ਕੁਆਲਿਟੀ ਨੂੰ ਬੱਚਿਆਂ ਦੀ ਪੜ੍ਹਾਈ ਵੱਲ ਨਾਲ ਲਿਜਾ ਕੇ ਦੂਜੇ ਕੰਮਾਂ 'ਚ ਉਹਨਾਂ ਵੇਸਟ ਕੀਤਾ ਜਾ ਰਿਹਾ। ਚਲੋ ਸਰ, ਅਗਲਾ ਮੈਂ ਗੱਲ ਕਰਨੀ ਹੈ ਕਿ ਤੁਸੀਂ ਇਸ ਟਾਈਮ ਜੇ ਗੱਲ ਕਰੀਏ ਪਾਰਟੀ ਪੱਧਰ ਦੀ, ਤੇ ਕੰਪੀਟੀਸ਼ਨ ਕਿਸ ਦੇ ਨਾਲ ਦੇਖ ਰਹੇ ਹੋ, ਕਾਂਗਰਸ ਦੇ ਨਾਲ ਕਿ ਅਕਾਲੀ ਦਲ ਨਾਲ? ਦੇਖੋ, ਅਕਾਲੀ ਦਲ ਤਾਂ ਕਿਤੇ ਵੀ ਨਹੀਂ ਹੈਗਾ। ਮੌਜੂਦਾ ਸਰਕਾਰ ਕਾਂਗਰਸ ਦੀ ਹੈ, ਐਂਟੀ ਇਨਕੰਬੈਂਸੀ ਹੈਗੀ ਹੈ, ਲੋਕਾਂ ਦਾ ਗੁੱਸਾ ਹੈਗਾ ਸਰਕਾਰ ਪ੍ਰਤੀ, ਲੋਕਾਂ ਦਾ ਜਿਹੜੀ ਹੈਗੀ ਆ, ਲੋਕਾਂ ਨੇ ਜਿਹੜੀਆਂ ਉਮੀਦਾਂ ਕਰਕੇ ਕਾਂਗਰਸ ਪਾਰਟੀ ਨੂੰ ਵੋਟ ਕੀਤਾ ਸੀ, ਉਹ ਉਮੀਦਾਂ ਤੇ ਉਹ ਖਰੇ ਨਹੀਂ ਉਤਰੇ ਨੇ। ਤੇ ਮੌਜੂਦਾ ਸਰਕਾਰ ਹੋਰ ਕੇ ਜਿਹੜੀ ਸਰਕਾਰ ਇਸ ਟਾਈਮ ਕਾਂਗਰਸ ਦੀ ਹੈ, ਫਿਲਹਾਲ ਅੱਜ ਦੀ ਡੇਟ ਦੇ ਵਿੱਚ ਆਉਣ ਵਾਲੇ 6 ਮਹੀਨੇ 'ਚ ਕੀ ਹੁੰਦਾ ਮੈਂ ਕੁਝ ਕਹਿ ਨਹੀਂ ਸਕਦਾ, ਲੇਕਿਨ ਅੱਜ ਦੀ ਡੇਟ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਾਂਗਰਸ ਨਾਲ। ਉਮੀਦਾਂ ਤਾਂ ਲੋਕਾਂ ਨੂੰ ਤੁਹਾਡੇ ਤੋਂ ਵੀ ਬਹੁਤ ਸੀ। ਇੱਕ ਨਵੀਂ ਆਈ ਪੰਜਾਬ 'ਚ ਪਾਰਟੀ ਨੂੰ ਵਿਰੋਧੀ ਧਿਰ 'ਚ ਦਰਜਾ ਦਿੱਤਾ, ਮਗਰ ਉਹ ਐਕਸਪੈਕਟੇਸ਼ਨ ਕਿਤੇ ਨਾ ਕਿਤੇ ਲੋਕਾਂ ਦੀਆਂ ਲੱਗਦੀਆਂ ਕਿ ਪੂਰਾ ਨਹੀਂ ਹੋ ਪਾਈਆਂ। ਗੱਲ ਕਰੀਏ ਲੀਡਰ ਆਫ ਓਪੋਜੀਸ਼ਨ ਤੁਹਾਡਾ ਬਣਿਆ, ਜੇ ਸਰਕਾਰ ਦੀ ਕਹੀਏ ਚਿੱਟਾ ਵੀ ਕਿਸੇ ਤੋਂ ਛੁਪਿਆ ਨਹੀਂ, ਰੇਤ ਮਾਫੀਆ ਨਹੀਂ ਕਿਸੇ ਤੋਂ ਛੁਪਿਆ, ਕਿਤੇ ਨਾ ਕਿਤੇ ਲੱਗਦਾ ਬਹੁਤ ਕਮਜ਼ੋਰ ਵਿਪਕਸ਼ ਰਿਹਾ ਹੈ ਘੇਰਨ ਲਈ ਜੋ ਸੱਤਾਧਾਰੀ ਪੱਖ ਨੂੰ ਸੀ। ਨਹੀਂ, ਇਹ ਤੁਹਾਡਾ ਐਲੀਗੇਸ਼ਨ ਹੈ। ਮੈਂ ਤੁਹਾਡੇ ਸਰ, ਉਹ ਤੁਹਾਡੇ ਰੋਸ਼ ਮੁਜ਼ਾਹਰੇ ਨਾਲੋਂ ਤਾਂ ਅਕਾਲੀ ਦਲ ਨੇ ਮੈਨੂੰ ਲੱਗਦਾ ਰੋਸ਼ ਮੁਜ਼ਾਹਰੇ ਜ਼ਿਆਦਾ ਕਰਦੇ। ਇਦਾਂ ਦੀ ਗੱਲ ਨਹੀਂ ਹੈ। ਤੁਸੀਂ ਇਹ ਵੇਖੋ, ਜਦੋਂ ਤੋਂ ਆਮ ਆਦਮੀ ਪਾਰਟੀ 2017 ਦੇ ਵਿੱਚ ਜਦੋਂ ਅਸੀਂ ਲੀਡਰ ਆਫ ਓਪੋਜੀਸ਼ਨ ਦੇ ਵਿੱਚ ਆਏ ਹਾਂ ਔਰ ਪੰਜਾਬ ਦੇ ਕੋਈ ਵੀ ਇਸ਼ੂਜ਼ ਹੈ, ਭਾਵੇਂ ਉਹ ਐਜੂਕੇਸ਼ਨ ਨੂੰ ਲੈ ਕੇ ਹੈ, ਹੈਲਥ ਨੂੰ ਲੈ ਕੇ ਹੈ, ਬਜਟ ਨੂੰ ਲੈ ਕੇ ਹੈ, ਫਾਈਨਾਂਸ ਨੂੰ ਲੈ ਕੇ ਹੈ, ਲੋਕਾਂ ਦੀਆਂ ਨੌਕਰੀਆਂ ਨੂੰ ਲੈ ਕੇ ਹੈ, ਬੇਰੁਜ਼ਗਾਰੀ ਨੂੰ ਲੈ ਕੇ ਹੈ, ਬੱਚਿਆਂ ਨੂੰ ਨੌਕਰੀ ਦੇਣ ਵਾਸਤੇ ਹੈ, ਭਾਵੇਂ ਸਰਕਾਰੀ ਕਰਮਚਾਰੀਆਂ ਦੀ ਪੈਨਸ਼ਨ ਦਾ ਮੁੱਦਾ ਹੈ, ਭਾਵੇਂ ਉਹਨਾਂ ਦੀ ਤਨਖਾਹਾਂ ਦਾ ਮੁੱਦਾ ਹੈ, ਅਸੀਂ ਹਰ ਇੱਕ ਮੁੱਦੇ ਨੂੰ ਵਿਧਾਨ ਸਭਾ ਦੇ ਵਿੱਚ ਬੜੀ ਬਖੂਬੀ ਨਾਲ ਚੱਕਿਆ। ਤੁਸੀਂ ਇੱਕ ਤੁਹਾਡੀ ਨੌਲੇਜ ਦੇ ਵਿੱਚ ਹੋਵੇਗਾ ਵੀ ਪਿੱਛੇ ਇੱਕ ਵਜ਼ੀਫਾ ਘੁਟਾਲਾ ਹੋਇਆ ਸੀ ਸਾਧੂ ਸਿੰਘ ਧਰਮਸੋਤ ਵੱਲੋਂ, ਔਰ ਉਹ ਧਰਮਸੋਤ ਦਾ ਜਿਹੜਾ ਅਸੀਂ ਪੰਜਾਬ ਪੱਧਰ ਤੇ ਆਮ ਆਦਮੀ ਪਾਰਟੀ ਨੇ ਭੁੱਖ ਹੜਤਾਲਾਂ ਕੀਤੀਆਂ ਨੇ, ਔਰ ਉਹ ਸਾਡੀਆਂ ਭੁੱਖ ਹੜਤਾਲਾਂ ਔਰ ਸਾਡੀਆਂ ਜਿਹੜੀਆਂ ਅਸੀਂ ਸਰਕਾਰ ਦੇ ਖਿਲਾਫ ਜਿਹੜੇ ਮੁਜ਼ਾਹਰੇ ਕੀਤੇ ਸੀ, ਉਹਦਾ ਇਹ ਰਿਜ਼ਲਟ ਨਿਕਲਿਆ ਕਿ ਸਰਕਾਰ, ਕੈਪਟਨ ਸਰਕਾਰ, ਉਹਨਾਂ ਦੇ ਸਾਡੀਆਂ ਇਹ ਭੁੱਖ ਹੜਤਾਲਾਂ ਤੇ ਜਿਹੜੇ ਰੋਸ ਪ੍ਰਦਰਸ਼ਨ ਸੀ ਉਹਨਾਂ ਅੱਗੇ ਝੁਕੀ ਹੈ, ਔਰ ਉਹਨਾਂ ਦੇ ਗਰੀਬ ਬੱਚਿਆਂ ਦੇ, ਦਲਿਤਾਂ ਦਾ ਜਿਹੜਾ ਵਜ਼ੀਫਾ ਖਾਦਾ ਸੀ ਉਹ ਰਾਸ਼ੀ ਜਾਰੀ ਕਰਨ ਦੀ ਉਹਨਾਂ ਨੇ ਅਨਾਉਂਸਮੈਂਟ ਕੀਤੀ। ਦੂਜਾ ਮੁੱਦਾ ਮੈਂ ਤੁਹਾਨੂੰ ਦੱਸੂਗਾ, ਹੁਣ ਝੋਨੇ ਦੀ ਬਿਜਾਈ ਚੱਲ ਰਹੀ ਹੈ ਔਰ ਪਿੱਛੇ ਬਿਜਲੀ ਦੇ ਬਹੁਤ ਕੱਟ ਲੱਗੇ ਨੇ, ਔਰ ਝੋਨੇ ਦੀ ਬਿਜਾਈ ਦੇ ਵਿੱਚ ਜਿਹੜੇ ਕਿਸਾਨਾਂ ਨੂੰ, ਸਾਡੇ ਕਿਸਾਨ ਵੀਰਾਂ ਨੂੰ ਜਿਹੜੀਆਂ ਮੁਸ਼ਕਲਾਂ ਪੈਦਾ ਹੋਈਆਂ ਨੇ, ਉਹਨਾਂ ਨੂੰ ਲੈ ਕੇ, ਤੇ ਘਰਾਂ ਦੇ ਬਿਜਲੀ ਦੇ ਕੱਟ ਬਹੁਤ ਲੱਗੇ ਨੇ, ਉਹਨਾਂ ਨੂੰ ਲੈ ਕੇ ਚੰਡੀਗੜ੍ਹ ਵਿਖੇ ਸਾਡੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਜੀ ਮਾਨ ਉਹਨਾਂ ਦੀ ਅਗਵਾਈ ਹੇਠ ਅਸੀਂ ਬਹੁਤ ਵੱਡਾ ਪ੍ਰਦਰਸ਼ਨ ਕੀਤਾ, ਰੋਸ ਪ੍ਰਦਰਸ਼ਨ ਕੀਤਾ, ਤੇ ਸੀਸਮਾ ਫਾਰਮ ਜਿਹੜੇ ਸੀਐਮ ਸਾਹਿਬ ਦੇ, ਇੱਕ ਮਿੰਟ ਮੇਰੀ ਗੱਲ ਤਾਂ ਸੁਣੋ, ਸੀਸਮਾ ਫਾਰਮ ਜਿਹੜੀ ਉਹਨਾਂ ਦੀ ਕੋਠੀ ਅਸੀਂ ਉਹਦਾ ਘਿਰਾਵ ਕੀਤਾ, ਔਰ ਅਗਲੇ ਦਿਨ ਹੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਅਕਾਲੀ ਬੀਜੇਪੀ ਸਰਕਾਰ ਵੱਲੋਂ ਬਿਜਲੀ ਦੇ ਜਿਹੜੇ ਸਮਝੌਤੇ ਸੀ ਉਹਨਾਂ ਨੂੰ ਉਹਨਾਂ ਨੂੰ ਸਮੀਖਿਆ ਕਰਨ ਦੀ ਉਹਨਾਂ ਨੇ ਆਫੀਸ਼ੀਅਲ ਡਿਕਲੇਰੇਸ਼ਨ ਕੀਤੀ। ਬਿਲਕੁਲ ਸਰ, ਕੀਤੀ, ਇਸ ਦੇ ਵਿੱਚੋਂ ਕੋਈ ਦੋ ਰਾਏ ਨਹੀਂ ਹੈ, ਮਗਰ ਸਰ ਇਸ ਤਰੀਕੇ ਨਾਲ ਦੇਖੋ, ਇਸ ਪੱਧਰ ਤੇ ਪਿਛਲੇ
4 ਸਾਲਾਂ 'ਚ ਕਿੰਨੇ ਕੁ ਰੋਸ਼ ਮੁਜ਼ਾਹਰੇ ਹੋਏ? ਦੇਖੋ, ਰੋਸ਼ ਮੁਜ਼ਾਹਰੇ ਅਸੀਂ ਜੋ ਵੀ ਜਿੱਥੇ ਵੀ ਸਰਕਾਰ ਨੇ ਕੋਈ ਗਲਤੀ ਕੀਤੀ ਹੈ, ਸਰਕਾਰ ਨੇ ਲੋਕਾਂ ਦੇ ਭਲੇ ਉਹਨਾਂ ਦੇ ਵੈਲਫੇਅਰ ਤੇ ਡਿਵੈਲਪਮੈਂਟ ਦੇ ਵਿੱਚ ਕਿਤੇ ਚੂਕ ਕੀਤੀ ਹੈ, ਅਸੀਂ ਉਸ ਹਰ ਚੂਕ ਨੂੰ ਸਰਕਾਰ ਨੂੰ ਜਗਾਉਣ ਵਾਸਤੇ ਤੇ ਲੋਕਾਂ ਦੇ ਡਿਵੈਲਪਮੈਂਟ, ਲੋਕਾਂ ਦੇ ਹੱਕਾਂ ਨੂੰ ਲੜਨ ਲਈ ਅਸੀਂ ਹਰ ਪੱਧਰ ਤੇ, ਭਾਵੇਂ ਉਹ ਸਾਡਾ ਪਿੰਡ ਲੈਵਲ ਦਾ, ਭਾਵੇਂ ਸਾਡਾ ਬਲਾਕ ਲੈਵਲ ਦਾ, ਭਾਵੇਂ ਡਿਸਟ੍ਰਿਕਟ ਲੈਵਲ ਦਾ, ਤਾਂ ਭਾਵੇਂ ਸਟੇਟ ਲੈਵਲ ਦਾ, ਅਸੀਂ ਰੋਸ ਪ੍ਰਦਰਸ਼ਨ ਕੀਤੇ ਨੇ, ਧਰਨੇ ਪ੍ਰਦਰਸ਼ਨ ਕੀਤੇ ਨੇ। ਸਰ, ਅਕਸਰ ਹੀ ਦੇਖਣ ਨੂੰ ਆਉਂਦਾ ਹੈ ਕਿ ਟਿਕਟ ਹਲਕੇ 'ਚ ਇੱਕ ਨੂੰ ਮਿਲਣੀ ਹੁੰਦੀ ਹੈ, 4 ਜਾਂ 5 ਦਾਅਵੇਦਾਰ ਅਕਸਰ ਹੀ ਹੁੰਦੇ ਨੇ, ਮਗਰ ਜਿਨ੍ਹਾਂ ਨੂੰ ਨਹੀਂ ਮਿਲਦੀ ਉਹ ਬਾਗੀ ਤੇਵਰ ਦਿਖਾਉਣ ਲੱਗ ਜਾਂਦੇ ਨੇ। ਲੱਗਦਾ ਹੈ ਕਿ ਇਸ ਵਾਰ ਦਾਅਵੇਦਾਰ ਤਾਂ ਦਿਹਾਤੀ 'ਚ ਵੀ ਨੇ ਤੇ ਸ਼ਹਿਰੀ ਦੇ ਵਿੱਚ ਬਾਗੀ ਤੇਵਰ ਸਾਹਮਣੇ ਉੱਭਰ ਕੇ ਆਉਣਗੇ। ਕਾਰੂ ਸਾਹਿਬ, ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ ਕਿ ਅੱਜ ਦੀ ਡੇਟ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਗਰਾਊਂਡ ਪੱਧਰ ਤੇ ਕੰਮ ਕਰਨ ਵਾਲਾ ਵਲੰਟੀਅਰ ਔਰ ਟਿਕਟ ਦੀ ਦਾਅਵੇਦਾਰੀ ਜਤਾਉਣ ਵਾਲੇ ਸਾਡੇ ਸੰਭਾਵਤ ਸਾਥੀ ਸਾਹਿਬਾਨ, ਇਹਨਾਂ ਦਾ ਇੱਕੋ ਹੀ ਸੁਪਨਾ ਹੈ। 2022 ਦੇ ਵਿੱਚ ਮਿਸ਼ਨ ਪੰਜਾਬ ਨੂੰ ਲੈ ਕੇ ਅਸੀਂ ਚੱਲਦੇ ਹਾਂ ਔਰ ਮਿਸ਼ਨ ਪੰਜਾਬ ਨੂੰ ਲੈ ਕੇ ਅਸੀਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣੀ ਹੈ। ਸਾਡੇ ਕੋਲ ਇਹ ਆਖਰੀ ਮੌਕਾ ਹੈ, ਕਿਉਂਕਿ ਜੇ ਹੁਣ ਅਸੀਂ ਇਸ ਮੌਕੇ ਨੂੰ ਚੁੱਕ ਗਏ, ਜੇ ਅਸੀਂ ਇਹਨੂੰ ਮਿਸ ਕਰ ਗਏ, ਤਾਂ ਸ਼ਾਇਦ ਮੈਨੂੰ ਨਹੀਂ ਲੱਗਦਾ ਕਿ ਸਾਡੇ ਵਾਸਤੇ ਅਗਲਾ এনवायरमेंट 2022 ਤੋਂ ਬਾਅਦ ਕਿੱਦਾਂ ਦਾ ਹੋਊਗਾ। ਇਸ ਕਰਕੇ ਆਮ ਆਦਮੀ ਪਾਰਟੀ ਦਾ ਗਰਾਊਂਡ ਲੈਵਲ ਦਾ ਵਲੰਟੀਅਰ ਤੋਂ ਲੈ ਕੇ ਪੰਜਾਬ ਲੀਡਰਸ਼ਿਪ ਸਰਦਾਰ ਭਗਵੰਤ ਸਿੰਘ ਮਾਨ ਔਰ ਸਾਡੀ ਦਿੱਲੀ ਲੀਡਰਸ਼ਿਪ, ਜਿਹਦੇ 'ਚ ਸਾਡੇ ਮਾਨਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਸਾਥੀ ਸਰਕਾਰ ਬਣਾਉਣ ਲਈ ਜੀ ਜਾਨ ਮਿਹਨਤ ਕਰ ਰਹੇ ਹਨ। ਸਾਡੇ ਇੱਥੇ ਟਿਕਟ ਜਿਹਨੂੰ ਮਰਜ਼ੀ ਮਿਲੇ, ਟਿਕਟ ਮੈਟਰ ਨਹੀਂ ਕਰਦੀ ਹੈ। ਸਾਡੇ ਇੱਥੇ ਟਿਕਟ ਜਿਹਨੂੰ ਮਰਜ਼ੀ ਮਿਲੇ, ਅਸੀਂ ਸਾਰੇ ਇਕਜੁੱਟ ਹੋ ਕੇ ਸਰਕਾਰ ਬਣਾਉਣਾ, ਕਿਉਂਕਿ ਸਾਡਾ ਜਿਹੜਾ ਅੱਜ ਮੇਨ ਮਕਸਦ ਸਰਕਾਰ ਬਣਾਉਣਾ ਹੈ। ਸਰ, ਜੇਕਰ ਗੱਲ ਕਰੀਏ, ਇੱਕ ਇਲੈਕਸ਼ਨ ਲੜਨ ਲਈ ਵੱਡਾ ਬਜਟ ਚਾਹੀਦਾ ਹੁੰਦਾ ਹੈ, ਸੋ ਤੁਹਾਡੀ ਪਾਰਟੀ ਦੇ ਕੁਝ ਵਲੰਟੀਅਰ ਸਧਾਰਨ ਪਰਿਵਾਰ ਤੋਂ ਨੇ, ਹੁਣ ਲੋਕਾਂ ਦੇ ਵਿੱਚ ਵਿਚਰ ਰਹੇ ਨੇ, ਵੱਡੀ ਗੱਡੀ ਲੈ ਕੇ ਘੁੰਮਦੇ ਨੇ, ਜਿਸ ਪਿੰਡ ਤੋਂ ਨਿਕਲਦੇ ਨੇ ਉਸ ਪਿੰਡ ਚਰਚਾ ਛਿੜ ਜਾਂਦੀ ਹੈ ਕਿ ਇਹ ਬਜਟ ਕਿੱਥੋਂ ਆ ਰਿਹਾ। ਤੁਸੀਂ ਕਿਹਦੀ ਗੱਲ ਕਰ ਰਹੇ ਹੋ? ਸਰ, ਤੁਹਾਡੀ ਪਾਰਟੀ ਦੇ, ਮੈਂ ਸਾਫ਼ ਸ਼ਬਦਾਂ 'ਚ ਕਹਿਣਾ, ਮੋੜਾ ਸਿੰਘ ਅੰਜਾਨ ਦੀ, ਜਿਸ ਪਿੰਡ ਚੋਂ ਨਿਕਲ ਜਾਂਦੇ ਉੱਥੇ ਚਰਚਾ ਛਿੜ ਜਾਂਦੀ ਹੈ। ਪੱਤਰਕਾਰਾਂ ਵੀਰਾਂ ਨੇ ਵੀ ਉਹਨਾਂ ਤੋਂ ਡਾਇਰੈਕਟ ਸਵਾਲ ਵੀ ਪੁੱਛਿਆ ਕਿ ਫੰਡਿੰਗ ਕਿੱਥੋਂ ਆ ਰਹੀ ਹੈ। ਫੰਡਿੰਗ ਦਾ ਸਰ ਬਹੁਤ ਹਲਕੇ ਦੇ ਲੋਕਾਂ 'ਚ ਵਿਵਾਦ ਚੱਲਦਾ ਪਿਆ ਹੈ, ਤੁਹਾਡੀ ਕੀ ਪ੍ਰਤੀਕਿਰਿਆ ਇਸ 'ਤੇ? ਦੇਖੋ, ਇਹਦੇ ਬਾਰੇ ਤਾਂ ਮੋੜਾ ਸਿੰਘ ਅੰਜਾਨ ਹੀ ਦੱਸ ਸਕਦਾ, ਕਿਉਂਕਿ ਮੋੜਾ ਸਿੰਘ ਅੰਜਾਨ ਸਾਡੀ ਪਾਰਟੀ ਦਾ ਮਿਹਨਤੀ ਵਰਕਰ ਹੈ ਸਾਡਾ, ਲੇਕਿਨ ਉਹ ਕਿੱਥੋਂ ਕਰ ਰਿਹਾ ਹੈ, ਕੀ ਉਹਦੇ ਸੋਰਸਿਸ ਨੇ, ਪੈਸਾ ਕਿੱਥੋਂ ਲਿਆ ਰਿਹਾ ਹੈ ਜਾਂ ਖਰਚਾ ਕਿੱਥੋਂ ਕਰ ਰਿਹਾ, ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਇਹ ਮੋੜਾ ਸਿੰਘ ਅੰਜਾਨ ਸਰ, ਫਿਰ ਵੀ ਤੁਸੀਂ, ਤੁਹਾਡੇ ਨਾਲ ਪੁਰਾਣੇ ਸਾਥੀ ਰਹੇ ਨੇ, ਤੁਸੀਂ ਵੀ ਉਹਨਾਂ ਦਾ ਫੈਮਿਲੀ ਬੈਕਗ੍ਰਾਉਂਡ ਜਾਣਦੇ ਹੋ। ਅੱਜ ਕੱਲ੍ਹ ਨਵੀਂ ਗੱਡੀਆਂ ਤੇ ਚੰਗਾ ਬਜਟ ਲੈ ਕੇ ਘੁੰਮਦੇ ਨੇ। ਦੇਖੋ ਕਰ ਸਾਹਿਬ, ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਕਿ ਇਹਦੇ ਬਾਰੇ ਮੈਂ ਕੁਝ ਨਹੀਂ ਦੱਸ ਸਕਦਾ, ਕਿਉਂਕਿ ਜੇ ਉਹ ਇਲੈਕਸ਼ਨ ਦੇ ਵਿੱਚ ਆਏ ਨੇ। ਇੱਕ ਫਲੈਕਸ ਸਰ 4000 ਰੁਪਏ ਦੀ ਲੱਗਦੀ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਸਭ ਦੇ ਹਲਕੇ 'ਚ ਫਲੈਕਸਾਂ ਲਵਾਉਣਾ ਸਰ ਖਾਲਾ ਜੀ ਦਾ ਵਾੜਾ ਨਹੀਂ ਹੈ, ਇੱਕ ਇਲੈਕਸ਼ਨ ਦਾ ਵੱਡਾ ਬਜਟ ਹੁੰਦਾ ਹੈ, ਕਿੱਥੋਂ ਅਫੋਰਡ ਕਰ ਰਹੇ ਸਰ? ਤੁਸੀਂ ਤਾਂ ਸਰ ਬਾਕੀਆਂ ਨੂੰ ਟਰਾਂਸਪੇਰੈਂਸੀ ਵੀ ਕਹਿੰਦੇ ਹੋ, ਤੁਹਾਡੇ ਤੇ ਵੀ, ਤੁਹਾਡੇ ਵਰਕਰਾਂ ਤੇ ਵੀ ਕਿਤੇ ਨਾ ਕਿਤੇ ਸਵਾਲ ਉੱਠਦੇ ਆ। ਦੇਖੋ, ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਕਹਿਣਾ ਚਾਹੂੰਗਾ ਕਿ ਮੈਂ ਆਪ ਦੇ ਪ੍ਰਤੀ ਤਾਂ ਜਵਾਬਦੇਹ ਹੈਗਾ। ਤੁਸੀਂ ਮੇਰੇ ਰਿਗਾਰਡਿੰਗ ਸਵਾਲ ਪੁੱਛੋ, ਮੈਂ ਤੁਹਾਨੂੰ ਜਵਾਬ ਦੇਵਾਂਗਾ ਕਿ ਮੇਰਾ ਸੋਰਸ ਕੀ ਹੈ ਜਾਂ ਮੇਰੀ ਮੈਂ ਆਪ ਦਾ ਇਹ ਜਿਹੜਾ ਵੀ ਸਾਡੀ ਐਡਵਰਟਾਈਜ਼ਮੈਂਟ ਆ ਰਹੀ ਹੈ ਕਿਵੇਂ ਹੋ ਰਹੀ ਹੈ, ਮੈਂ ਸਿਰਫ ਆਪ ਦੇ ਪ੍ਰਤੀ ਜਵਾਬ ਦੇ। ਮੋੜਾ ਸਿੰਘ ਅੰਜਾਨ ਜੀ ਕਿੱਥੋਂ ਕਰ ਰਹੇ ਨੇ, ਕੀ ਕਰ ਰਹੇ ਨੇ, ਇਹਦੇ ਬਾਰੇ ਮੋੜਾ ਸਿੰਘ ਅੰਜਾਨ ਦੱਸ ਸਕਦੇ। ਸਰ, ਇੱਕ ਸਵਾਲ ਮੈਂ ਤੁਹਾਨੂੰ ਹੋਰ ਕਰਨਾ ਚਾਹਾਂਗਾ, ਚਾਹੇ ਤੁਸੀਂ ਉਸ ਤੋਂ ਬਾਅਦ ਇਸੇ ਤਰੀਕੇ ਨਾਲ ਡਿਨਾਈ ਕਰ ਜਾਓ, ਮਗਰ ਮੈਂ ਫਿਰ ਵੀ ਕਰਾਂਗਾ। ਫਿਰੋਜ਼ਪੁਰ ਦਾ ਇਤਿਹਾਸ ਰਿਹਾ ਹੈ ਕਿ ਬਾਹਰੀ ਕੈਂਡੀਡੇਟ ਨੂੰ ਇਹਨਾਂ ਨੇ ਸਵੀਕਾਰ ਨਹੀਂ ਕੀਤਾ, ਚਾਹੇ ਆਪਾਂ ਗੱਲ ਕਰੀਏ ਮੋਹਨ ਸਿੰਘ ਫਰੀਆਂਵਾਲੇ ਜੀ, ਜੋ ਜਲਾਲਾਬਾਦ ਤੋਂ ਚੱਲ ਕੇ ਫਿਰੋਜ਼ਪੁਰ 2017 ਦਾ ਇਲੈਕਸ਼ਨ ਲੜਨ ਆਏ, ਲੋਕਾਂ ਨੇ ਉਹਨਾਂ ਨੂੰ ਅਸਵੀਕਾਰ ਕੀਤਾ। ਕਿ ਆਸ਼ੂ ਜੀ ਜੋ ਯਤਨ ਕਰ ਰਹੇ ਨੇ, ਫਿਰ ਲੋਕ ਅਸਵੀਕਾਰ ਕਰਨਗੇ? ਸਵੀਕਾਰ ਕਰਨਾ ਜਾਂ ਮਨਜ਼ੂਰ ਕਰਨਾ, ਨਾ ਮਨਜ਼ੂਰ ਕਰਨਾ, ਇਹ ਲੋਕਾਂ ਦੇ ਹੱਥ ਦੇ ਵਿੱਚ ਹੈ। ਸਰ, ਇਹ ਫਿਰੋਜ਼ਪੁਰ ਦੇ ਲੋਕਾਂ ਦਾ ਇਤਿਹਾਸ ਰਿਹਾ, ਬਹੁਤ ਜ਼ਿਆਦਾ ਸਰਗਰਮ ਨੇ ਕਿ ਹਲਕੇ 'ਚ ਇਸ ਟਾਈਮ ਟਿਕਟ ਦੀ ਜੋ ਆਪਾਂ ਗੱਲ ਕਰੀਏ, ਆਪਾਂ ਸਿਆਸੀ ਸਰਗਰਮੀ ਦੀ ਕਰ ਰਹੇ ਹਾਂ, ਕਿਉਂਕਿ ਹੁਣ ਟਿਕਟ ਦੀ ਦੌੜ ਛਿੜ ਪਈ ਹੈ। ਇਹਦੇ 'ਚ ਸਰ ਕੋਈ ਦੋ ਰਾਏ ਨਹੀਂ ਹੈ। ਆਸ਼ੂ ਜੀ ਦੇ ਨਾਮ ਨੂੰ ਲੈ ਕੇ ਵਰਕਰਾਂ ਦਾ ਬਾਰ-ਬਾਰ ਇਹੋ ਜਿਹੀ ਸਰਗਰਮੀ ਬਹੁਤ ਮਾਰਕੀਟ 'ਚ ਚੱਲਦੀ ਪਈ ਕਿ ਆਸ਼ੂ ਜੀ ਦੇ ਨਾਮ ਨੂੰ ਲੈ ਕੇ ਜੋ ਦਿਹਾਤੀ ਦੇ ਵਰਕਰ ਨੇ ਉਹ ਅਸੰਤੁਸ਼ਟ ਨੇ। ਮੇਰੀ ਨੌਲੇਜ ਨਹੀਂ ਹੈ ਜੀ। ਸਰ, ਤੁਸੀਂ ਵੀ ਆਖਰ ਵਿਚਰਨੇ ਹੋ ਕਿ ਟਿੱਪਣੀ ਨਹੀਂ ਸਰ ਕਰਨਾ ਚਾਹੁੰਦੇ? ਨਹੀਂ, ਮੇਰੀ ਨੌਲੇਜ ਹੈ ਹੀ ਨਹੀਂ, ਮੈਂ ਕਿਉਂ ਟਿੱਪਣੀ ਕਰੂੰਗਾ? ਜੇ ਮੇਰੀ ਨੌਲੇਜ ਹੋਏਗਾ ਤਾਂ ਮੈਂ ਗੱਲ ਕਰੂੰਗਾ, ਲੇਕਿਨ ਮੈਨੂੰ ਇਦਾਂ ਦਾ ਕੁਝ ਲੱਗਿਆ ਨਹੀਂ, ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ। ਇੱਦਾਂ ਮੈਂ ਤੁਹਾਨੂੰ ਇੱਕ ਗੱਲ ਪਹਿਲਾਂ ਵੀ ਕਿਹਾ ਕਿ ਪਾਰਟੀ ਜੋ ਵੀ ਕੈਂਡੀਡੇਟ ਇੱਥੇ ਦੇਗੀ, ਪਾਰਟੀ ਨੇ, ਕਿਉਂਕਿ 2017 ਤੋਂ ਬਾਅਦ
ਜਦੋਂ ਅਸੀਂ ਸਰਕਾਰ ਬਣਾਉਂਦੇ ਰਹਿ ਗਏ, ਸਾਡੇ ਤੋਂ ਕੁਝ ਗਲਤੀਆਂ ਹੋਈਆਂ ਸੀ, ਪਾਰਟੀ ਤੋਂ ਵੀ ਕੁਝ ਗਲਤੀਆਂ ਹੋਈਆਂ ਸੀ, ਕੋਈ ਚੋਇਸ ਆਫ ਕੈਂਡੀਡੇਟਸ ਸਾਡੀ ਥੋੜੀ ਜਿਹੀ ਗਲਤੀ ਹੋ ਗਈ ਸੀ, ਕੈਂਡੀਡੇਟਸ ਦੀ ਪ੍ਰੋਪਰ ਵੰਡ ਨਹੀਂ ਹੋਈ, ਕੁਝ ਸਾਡੇ ਵਰਕਰਾਂ ਤੋਂ ਵੀ ਅਸੀਂ ਵੀ ਪ੍ਰੋਪਰ ਤਰੀਕੇ ਨਾਲ ਮਿਹਨਤ ਨਹੀਂ ਕਰ ਪਾਏ। ਲੇਕਿਨ ਇਸ ਵਾਰੀ ਸਾਡੇ ਕੋਲ ਲਾਸਟ ਮੌਕਾ ਹੈ, ਜੋ ਵੀ ਕੈਂਡੀਡੇਟ ਆਏਗਾ ਪਾਰਟੀ ਨੇ ਹਰ ਇੱਕ ਚੀਜ਼ ਨੂੰ ਨਾਪ ਤੋਲ ਕੇ ਉਹਦਾ ਬੈਕ, ਉਹਦਾ ਪਾਸਟ, ਉਹਦਾ ਫਿਊਚਰ, ਉਹਦਾ ਜਿਹੜਾ ਹੈਗਾ ਪ੍ਰੈਜ਼ੈਂਟ, ਉਹਦਾ ਕੁਆਲੀਫਿਕੇਸ਼ਨ, ਉਹਦਾ ਐਕਸਪੀਰੀਅੰਸ, ਪਾਰਟੀ ਦੇ ਪ੍ਰਤੀ ਉਹਦੀ ਸੇਵਾਵਾਂ, ਸਾਰੀਆਂ ਚੀਜ਼ਾਂ ਵੇਖਣੀਆਂ ਜੀ। ਗੱਲ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਵਾਰ-ਵਾਰ ਕਿ ਫਿਰੋਜ਼ਪੁਰ 'ਚ ਲੋਕਾਂ ਲਈ ਕੈਂਡੀਡੇਟ ਹੀ ਨਹੀਂ ਹੈ। ਨਹੀਂ, ਫਿਰੋਜ਼ਪੁਰ ਤੁਸੀਂ ਦੇਖੋ, ਫਿਰੋਜ਼ਪੁਰ ਵਾਰ-ਵਾਰ ਤੁਸੀਂ ਸ਼ਬਦ ਫਿਰੋਜ਼ਪੁਰ ਯੂਜ਼ ਕਰ ਰਹੇ ਹੋ। ਨਹੀਂ ਸਰ, ਫਿਰੋਜ਼ਪੁਰ ਦੇ ਵਿੱਚ 4 ਹਲਕੇ ਨੇ, ਤੁਸੀਂ ਕਿਹੜੇ ਹਲਕੇ ਦੀ ਗੱਲ ਮੈਂ ਸਰ ਦਿਹਾਤੀ ਦੀ ਗੱਲ ਕਰਦਾ। ਫਿਰੋਜ਼ਪੁਰ ਦਿਹਾਤੀ ਦੇ ਵਿੱਚ ਲੋਕਲ ਕਿਉਂ ਨਹੀਂ ਹੈਗੇ ਨੇ? ਬਿਲਕੁਲ ਸਾਡੇ ਲੋਕਲ ਹੈਗੇ ਨੇ। ਮੈਂ ਜੰਪਾਲਾ ਫਿਰੋਜ਼ਪੁਰ ਦਾ, ਫਿਰੋਜ਼ਪੁਰ ਦਿਹਾਤੀ ਹਲਕੇ ਦੇ ਵਿੱਚ ਰਹਿਣਾ, ਆਲੇ ਵਾਲੇ ਪਿੰਡ ਮੇਰੀ ਰਿਹਾਇਸ਼ ਹੈ। ਅਗਰ ਸਰ ਜੇ ਟਿਕਟ ਬਾਹਰ ਹੀ ਨੂੰ ਦੇ ਦਿੱਤੀ ਜਾਂਦੀ ਹੈ ਤੇ ਫਿਰ ਕੀ ਸਾਬਿਤ ਹੁੰਦਾ ਹੈ ਕਿ ਫਿਰੋਜ਼ਪੁਰ ਐਡਾ ਵੱਡਾ ਦਿਹਾਤੀ ਹਲਕਾ ਹੈ, ਤਲਵੰਡੀ ਤੋਂ ਲੈ ਕੇ 4 ਬਲਾਕ ਆਉਂਦੇ ਨੇ, ਇਹਦੇ 'ਚ ਮਮਦੋੜ ਤੱਕ ਲੱਗਦਾ ਹੈ। ਕਾਰੂ ਸਾਹਿਬ, ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਤੁਹਾਨੂੰ ਕਿ ਪਾਰਟੀ ਟਿਕਟ ਜਿਹਨੂੰ ਮਰਜ਼ੀ ਦੇਵੇ, ਪਾਰਟੀ ਦਾ ਫੈਸਲਾ ਸਾਨੂੰ ਸਾਰਿਆਂ ਨੂੰ ਮਨਜ਼ੂਰ ਹੋਵੇਗਾ। ਅਸੀਂ ਪਾਰਟੀ ਨੂੰ ਜਿੱਤ ਵੱਲ ਲੈ ਕੇ ਜਾ ਰਹੇ ਹਾਂ। ਸਾਡੇ ਵਾਸਤੇ ਟਿਕਟ ਮਿਲਣਾ ਨਾ ਮਿਲਣਾ ਮਾਇਨੇ ਨਹੀਂ ਰੱਖਦੀ। ਸਾਡੇ ਵਾਸਤੇ ਪਾਰਟੀ ਦੀ ਜਿੱਤ ਔਰ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣਾਉਣਾ ਪ੍ਰਾਇੋਰਟੀ ਹੈ, ਬਾਕੀ ਸਾਰੀਆਂ ਚੀਜ਼ਾਂ ਸੈਕੰਡਰੀ ਨੇ। ਸਰ ਜੇ ਗੱਲ ਕਰੀਏ ਉਹ ਹਾਲਾਤ ਦੀ, ਆਪਾਂ ਕਹਿ ਰਹੇ ਸੀ ਦਿੱਲੀ ਦੇ ਹਾਲਾਤ ਹੋਰ ਨੇ ਤੇ ਪੰਜਾਬ ਦੇ ਹਾਲਾਤ ਹੈ। ਅਕਸਰ ਹੀ ਦੇਖਣ ਆਉਂਦਾ ਹੈ ਕਿ ਜੋ ਲਿਟਰੇਸੀ ਲੈਵਲ ਜਿੱਥੇ ਜ਼ਿਆਦਾ ਹੁੰਦਾ ਉੱਥੇ ਵਾਅਦੇ ਹੋਰ ਹੁੰਦੇ, ਜਿੱਥੇ ਲੋ ਲਿਟਰੇਸੀ ਲੈਵਲ ਹੁੰਦਾ ਉੱਥੇ ਵਾਅਦੇ ਹੋਰ ਹੁੰਦੇ ਨੇ, ਹੋਰ ਫੈਕਟਰ ਬਹੁਤ ਆ ਜਾਂਦੇ ਨੇ, ਉਸ ਹਿਸਾਬ ਨਾਲ ਮੈਨੀਫੈਸਟੋ ਬਣਦਾ ਹੈ। ਮਗਰ ਹੁਣ ਜੇ ਚੁਣਾਵੀ ਵਾਅਦਿਆਂ ਦੀ ਗੱਲ ਕਹਿ ਲਈਏ ਜਾਂ ਚੁਣਾਵੀ ਰੁਝਾਨ ਲਈ ਅਨਾਉਂਸਮੈਂਟਸ ਕਹਿ ਲਈਏ, ਸੁਖਬੀਰ ਬਾਦਲ ਸਾਹਿਬ ਵੱਲੋਂ ਪਿੱਛੇ ਕੇ ਕਿਹਾ ਸੀ ਕਿ ਦਲਿਤ, ਜਿੱਦਾਂ ਕਿ ਬਸਪਾ ਨਾਲ ਗਠਬੰਧਨ ਹੁੰਦਾ, ਉਸ ਤੋਂ ਬਾਅਦ ਦਲਿਤ ਉਪ ਮੁੱਖ ਮੰਤਰੀ ਬਣਾਉਣ ਦੀ ਗੱਲ ਕੀਤੀ ਗਈ ਸੀ। ਉਸ ਤੋਂ ਬਾਅਦ ਹੁਣ ਇੱਕ ਹਿੰਦੂ ਨਾਲ ਪੈਰਲਲ ਉਪ ਮੁੱਖ ਮੰਤਰੀ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ, ਜਿਹੜੇ ਸੁਖਬੀਰ ਬਾਦਲ ਸਾਹਿਬ ਨੇ ਆ 2 ਕਿਹਾ ਕਿ ਅਨਾਉਂਸਮੈਂਟਸ ਕਿਤੇ ਵੀ ਅਸੀਂ ਇੱਕ ਦਲਿਤ ਚਿਹਰਾ ਤੇ ਇੱਕ ਅਸੀਂ ਹਿੰਦੂ ਚਿਹਰਾ ਬਣਾਉਂਦੇ, ਤੁਸੀਂ ਇਹਦੇ ਪਿੱਛੇ ਜਿਹੜਾ ਹਿਡਨ ਜਿਹੜਾ ਏਜੰਡਾ ਉਹਨੂੰ ਨਹੀਂ ਵੇਖ ਰਹੇ। ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੂੰਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ, ਅੱਜ ਅਕਾਲੀ ਦਲ ਬੇਸ਼ੱਕ ਬੀਜੇਪੀ ਔਰ ਆਰਐਸਐਸ ਤੋਂ ਲੋਕਾਂ ਦੀ ਨਜ਼ਰ ਦੇ ਵਿੱਚ ਇਹ ਵੱਖ-ਵੱਖ ਹੋ ਚੁੱਕੇ ਨੇ, ਲੇਕਿਨ ਇੰਟਰਨਲ ਇਹ ਅੱਜ ਵੀ ਇੱਕੋ ਹੀ ਨੇ। ਬੀਜੇਪੀ ਨੂੰ ਪਤਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਆਉਣਾ ਨਹੀਂ, ਨਾ ਹੀ ਉਹਨਾਂ ਦਾ ਕੋਈ ਹੁਣ ਆਧਾਰ ਹੈਗਾ, ਉਹਨਾਂ ਦਾ ਕੋਈ ਬੇਸ ਨਹੀਂ ਹੈਗਾ। ਹਿੰਦੂ ਵੋਟਰ ਦਿੱਲੀ ਦੇ ਵਿੱਚ ਜਿਵੇਂ ਆਮ ਆਦਮੀ ਪਾਰਟੀ ਨਾਲ ਜੁੜਿਆ, ਹਿੰਦੂ ਵੋਟਰ ਤੇ ਸਪੋਰਟਰ ਆਮ ਆਦਮੀ ਪਾਰਟੀ ਵੱਲ ਨਾ ਚਲਾ ਜਾਵੇ, ਇਹਨਾਂ ਨੇ ਉਹ ਸਿਰਫ ਇੱਕ ਕਾਰਡ ਖੇਡਿਆ। ਹਿੰਦੂ ਡਿਪਟੀ ਸੀਐਮ ਦੀ ਜੇ ਮੈਂ ਗੱਲ ਕਰਾਂ ਤਾਂ 2007 ਤੋਂ ਲੈ ਕੇ 2017 ਦੇ ਵਿੱਚ 10 ਸਾਲ ਲਗਾਤਾਰ ਅਕਾਲੀ ਦਲ ਔਰ ਬੀਜੇਪੀ ਦੀ ਸਰਕਾਰ ਪੰਜਾਬ ਦੇ ਵਿੱਚ ਰਹੀ ਹੈ, ਔਰ ਇਹੀ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦੋਨਾਂ ਸਰਕਾਰਾਂ ਦੇ ਵਿੱਚ ਡਿਪਟੀ ਸੀਐਮ ਰਹੇ ਨੇ। ਤੁਸੀਂ ਇੱਕ ਚੀਜ਼ ਦੇਖੋ, ਬੀਜੇਪੀ ਇਹਨਾਂ ਦੀ ਭਾਈਵਾਲ ਰਹੀ ਹੈ। 2007 ਤੋਂ 12 ਦੀ ਜਿਹੜੀ ਸਰਕਾਰ ਸੀ ਉਹਦੇ ਵਿੱਚ ਬੀਜੇਪੀ ਦੀਆਂ ਸੀਟਾਂ ਜ਼ਿਆਦਾ ਸੀ। ਸੀਟਾਂ ਜ਼ਿਆਦਾ ਹੋਣ ਦੇ ਬਾਵਜੂਦ ਉਹ ਡਿਪਟੀ ਸੀਐਮ ਦਾ ਇਹਨਾਂ ਤੋਂ ਜਿਹੜੀ ਪੋਸਟ ਮੰਗਦੇ ਰਹੇ, ਪਰ ਵੱਡੇ ਬਾਦਲ ਸਾਹਿਬ ਨੇ 5 ਸਾਲ ਉਹਨਾਂ ਨੂੰ ਬੜੇ ਮਿੱਠੇ ਤਰੀਕੇ ਨਾਲ ਉਹਨਾਂ ਨੂੰ ਠੰਡਾ ਕਰਕੇ ਰੱਖਿਆ ਔਰ ਆਪਣੇ ਬੇਟੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਡਿਪਟੀ ਸੀਐਮ ਬਣਾਇਆ। 2012 ਤੋਂ ਬਾਅਦ ਜਦੋਂ 2017 ਦੀ ਸਰਕਾਰ ਆਈ, ਉਦੋਂ ਬੀਜੇਪੀ ਦੀਆਂ ਸੀਟਾਂ ਘਟ ਗਈਆਂ। ਫਿਰ ਉਹਨਾਂ ਨੇ ਜਿਹੜੀ ਹੈਗੀ ਹੈ, ਲੇਕਿਨ ਮੰਗ ਉਹਨਾਂ ਦੀ ਫਿਰ ਵੀ ਕਿਤੇ ਨਾ ਕਿਤੇ ਰਹੀ ਹੈ ਵੀ ਬੀਜੇਪੀ ਨੂੰ ਸਾਨੂੰ ਡਿਪਟੀ ਸੀਐਮ ਦਿਓ, ਅਸੀਂ ਇੱਕ ਕੋਈ ਹਿੰਦੂ ਚਿਹਰਾ ਡਿਪਟੀ ਸੀਐਮ ਬਣਾਉਣਾ ਚਾਹੁੰਦੇ, ਲੇਕਿਨ ਉਹ ਮੰਗ ਕਿਤੇ ਨਹੀਂ ਆਈ। ਜਦੋਂ ਇਹ ਸਰਕਾਰ 'ਚ ਸੀ ਉਦੋਂ ਇਹਨਾਂ ਨੂੰ ਹਿੰਦੂ ਚਿਹਰਾ ਨਜ਼ਰ ਨਹੀਂ ਆਇਆ। ਅੱਜ ਜਦੋਂ ਇਹਨਾਂ ਕੋਲ ਇਹ ਵਿਰੋਧੀ ਧਿਰ ਦੇ ਵਿੱਚ ਵੀ ਨਹੀਂ ਹੈ ਔਰ 2022 ਦੇ ਵਿੱਚ ਵੀ ਇਹਨਾਂ ਨੂੰ ਆਪਦਾ ਜ਼ਮੀਨੀ ਪੱਧਰ, ਜ਼ਮੀਨੀ ਹਾਲਾਤ ਬਿਲਕੁਲ ਪਤਾ ਲੱਗ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਸਾਡੀ ਨਾ ਤਾਂ ਸਰਕਾਰ ਆ ਰਹੀ ਹੈ, ਸਿਰਫ ਔਰ ਸਿਰਫ ਇਹ ਹੁਣ ਟਰੰਪ ਕਾਰਡ ਖੇਡੀ ਜਾ ਰਹੇ ਨੇ, 1 ਤੋਂ 2, 2 ਤੋਂ 3, ਕਿ ਕਿਤੇ ਨਾ ਕਿਤੇ ਆ ਕੇ ਲੋਕ ਸਾਡੇ ਨਾਲ ਜੁੜ ਜਾਣ। ਲੇਕਿਨ ਇਹ ਜੋ ਮਰਜ਼ੀ ਕਰ ਲੈਣ, ਪੰਜਾਬ ਔਰ ਪੰਜਾਬ ਦੀ ਜਨਤਾ ਅਕਾਲੀ ਦਲ ਔਰ ਬੀਜੇਪੀ ਨੂੰ ਕੰਪਲੀਟਲੀ ਨਕਾਰ ਚੁੱਕੀ ਹੈ। ਸਰ ਇਹ ਇਸ ਤਰੀਕੇ ਨੂੰ ਦੇਖਦੇ ਆ ਕਿ ਕਿਸ ਪੱਧਰ ਤੇ ਰਾਜਨੀਤੀ ਜਾਂਦੀ ਹੈ ਕਿ ਅਲੱਗ-ਅਲੱਗ ਵਰਗਾਂ ਨੂੰ ਰੁਝਾਉਣ ਲਈ ਉਸ ਦਾ ਡਿਪਟੀ ਸੀਐਮ ਐਲਾਨਿਆ ਜਾ ਰਿਹਾ, ਨਾ ਕਿ ਵਾਅਦਾ ਕੀਤਾ ਜਾ ਰਿਹਾ ਇੱਕ ਇਮਾਨਦਾਰ ਸੀਐਮ ਦਾ। ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ, ਇੱਕ ਚੀਜ਼ ਨੋਟ ਕਰੋ ਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਬਾਦਲ ਪਰਿਵਾਰ ਤੋਂ ਇਲਾਵਾ ਦੱਸੋ ਕਿਹੜਾ ਸ਼ਖਸ ਬਤੌਰ ਸੀਐਮ
बनना तो बहुत दूर की गल है, कोई सामने भी नहीं आया क्योंकि इन्होंने उठन ही नहीं दिता। बीजेपी अकाली दल बादल नाल जुड़ी रही सिर्फ और सिर्फ एक मकसद करके भी असी आपदा वोट बैंक वधाईए, असी अपनी पार्टी नूं होर स्ट्रोंग करिए, असी आपदे जिहड़े साडे वर्कर ने उन्हां नूं स्ट्रोंग करिए। बीजेपी नूं सब पता सीगा कि उन्हां दी जिहड़ी हैसियत है अकाली दल तो बिना कुछ नहीं है। और जिहड़े खेती कानून पास होए सी इहदे विच अकाली दल ने पूरी सपोर्ट की है बीजेपी दी। वड्डे बादल साहब ने खुद एक वीडियो जारी करके खेती बिलों की हिमायत की सी और इन्होंने कहा सी कि लोग किसानों नूं आम आदमी पार्टी और ये दूजे तीजे जिहड़े हैगे गुमराह कर रहे हैं। लेकिन जदों इन्होंने वेख्या कि पंजाब के किसान अकाली दल पार्टी के बिल्कुल अगेंस्ट हो गए हैं तो इन्होंने अपनी जमीन बचाने वास्ते बीबा बादल का इस्तीफा दवाया और सुखबीर बादल ने पार्लीमेंट के विच जाके उत्थे जदों बैठे ने तो वो बाहर आके स्टेटमेंट देने कि सानू पुछया नहीं गया। तुसीं एक चीज़ नोट करो, मैं जिहड़ी गल कीती सी कि इन्हां दा गठजोड़ सिर्फ विखावे तौर पर टुटिया लेकिन इंटरनल पासे एक है। अज भी बीबी बादल कोल उही जदों ये मिनिस्टर सी वजीर सी उही बंगला उही सिक्योरिटी ते उही सारियां सुख सुविधावां मिल रही ने, जबकि वो मंत्री मंडल नूं छड्डे नूं काफ़ी तकरीबन 6 महीने तो ज़्यादा समा हो चुका है। सर जे गल करिए हुण केजरीवाल साहब दी, उन्होंने भी आके पंजाब 'च कहना पैंदा है कि एक सिख चेहरा मुख्य मंत्री होएगा, जबकि पंजाब के लोग विदेशों में जाते हैं या अमेरिका की गल करिए उत्थे मुस्लिम्स भी वड्डे अहुदियां ते काबिज होंदे ने, हिंदू भी होंदे सिख भी होंदे आ, ईवन कि कैनेडा के जो डिफेंस मिनिस्टर ने वो भी एक सिख रहे हैं। मगर पंजाब 'च ये क्यों नहीं कहा जाता कि ईमानदार व्यक्ति लैके आवांगे या पंजाब में एक सिख चेहरे की ही जरूरत है कि होर बंदे इस कैपेबिलिटी मैनू एक गल का जवाब दिओ। हाँ जी सर। कि सिख ईमानदार नहीं होंदे? नहीं, सिख भी ईमानदार होंदे जी, भी नहीं, मैं कि सिख ईमानदार नहीं होंदे सर। हर देखो जी, देखो मेरी गल सुनो, तुहाडा सवाल सिर्फ ये है कि तुसीं एक पर्टिकुलर हाँ एक समाज नूं क्यों अगे लैके। पंजाब दी जे आपां राजनीति वेखीए तो पंजाब दी राजनीति दे विच नहीं सर, ये पैटर्न आप क्यों फॉलो करने? जब आप कैनेडा 'च जाने उदों सैकुलरिज्म की गल करने उदों तो अपने सैकुलरिज्म गल कर रहे हैं। हुण एक पर्टिकुलर लोगों को गल की जाती है कि सिख चेहरा ही काबिज होएगा। देखो ये जिहड़ी चीज़ हैगी है सर, सिख चेहरा होना जरूरी है कि एक ईमानदार व्यक्ति होना जरूरी है? काबल व्यक्ति होना जरूरी है। वो चाहे कोई भी हो सकता है, वो सिख भी हो सकता है, हिंदू भी हो सकता है, मुस्लिम भी हो सकता है, ईसाई भी हो सकता है। काबल होना जरूरी है। सर, लोगों का रुझान क्यों लगता है कि केजरीवाल साहब नूं एक मजबूर या विवश होना पिया कि कहना पिया कि सिख चेहरा होएगा पंजाब तो ही होएगा? अनाउंसमेंट करते ना, डिक्लेयर करता पा एक चीज़। देखो आम आदमी पार्टी का जन्म सियासत करना नहीं, सियासत नूं बदलण वास्ते होया। लेकिन सियासत उदों ही बदली जाएगी जदों असी सियासत दे विच पहलां अपना पैर रखांगे, जदों एंट्री करांगे फिर ही बैठण नूं जगह मिलेगी। सो पंजाब दे विच एंट्री करने वास्ते या पंजाब दी सत्ता दे विच काबज होने वास्ते कुछ चीज़ां सानू समाज और समय की नज़ाकत नूं मुख रखते हुए देखनी पैनी है और उहदे ते सानू अमल करना पैना। सर, एक सवाल मेरा, हिंदू ते दलित दो चीज़ां ने या एक चीज़ है? हिंदू और दलित ये पॉलिटिशियन ने अलग अलग की है, लेकिन हिंदू और दलित एक ही है। सुखबीर बादल साहब कह रहे हैं एक दलित मुख्यमंत्री होएगा, एक हिंदू मुख्यमंत्री होएगा। देखो ये तो सर अलग करते हैं ना फिर। इन्हां ने अलग करते ना। मैं हुणे तुसीं मैनूं सवाल पूछा है कि मुख्यमंत्री, मैं तुहानूं कहा है कि मुख्यमंत्री काबल होना चाहिए है। वो हिंदू भी हो सकता है, मुसलमान भी हो सकता है, सिख भी हो सकता है, ईसाई भी हो सकता है, दलित भी हो सकता है। काबल होना चाहिए। काबिल होना चाहिए सर। एक हुण लास्ट आप फिरोजपुर रहने हैं, तुसीं भी, तुहाडा भी एग्जाम्पल इत्थों दा है, मेरा भी एग्जाम्पल इत्थों दा है। एक फिरोजपुर वासियों का सुपना PGI, इस ते कोई दो शब्द तुसीं कहना चाहो? देखो PGI थोड़ा सवाल आ गया सर तुहानूं भी PGI का ना सुन के? सारिਆਂ ਦੀ आस उम्मीद है कि PGI ਇੱਥੇ बनना चाहिए, लेकिन PGI बन ਤਾਂ ਕਦੋਂ ਦਾ ਜਾਂਦਾ ਜੇਕਰ ਸਾਡੇ ਲੀਡਰ ਸਾਹਿਬਾਨਾਂ ਦਾ ਨੀਅਤ और नीति दोवें साफ ਹੁੰਦੀਆਂ। सर, जे आप गल करिए कोई सिनेमा हॉल बनना होए तो प्राइवेट उस तो पहला खड़ा बिल्डिंग हो जाती है, PGI की इमारत क्यों नहीं? इंटरटेनमेंट जरूरी है कि लोगों की जान जरूरी है? देखो जी, ये तो जिन्होंने एफर्ट्स किए ने
ਇੱਕ 4-5 ਲੋਕਲ ਮੇਰਾ ਜਵਾਬ ਤਾਂ ਆ ਜਾਂਦਾ। ਹਾਂਜੀ ਸਰ ਦੱਸੋ। ਜਿਨ੍ਹਾਂ ਨੇ ਐਫਰਟਸ ਕੀਤੇ ਨੇ ਉਹਨਾਂ ਦੇ ਐਫਰਟਸ ਵਿਦ ਨੀਟ ਐਂਡ ਕਲੀਨ ਇੰਟੈਂਸ਼ਨ ਹੈ ਜਾਂ ਵਿਦਆਊਟ ਇੰਟੈਂਸ਼ਨ ਹੈ, ਇਹਦੇ ਬਾਰੇ ਤਾਂ ਉਹੀ ਜਾਣ ਸਕਦੇ ਨੇ, ਦੱਸ ਸਕਦੇ ਨੇ ਜਾਂ ਰੱਬ ਦੱਸ ਸਕਦਾ ਹੈ। ਪਰ ਜੇਕਰ ਇਹ ਵਾਕਈ ਹੀ ਪੀਜੀਆਈ ਵਾਸਤੇ ਗੰਭੀਰ ਹੁੰਦੇ, ਲੋਕਾਂ ਦੀਆਂ ਸਿਹਤ ਸੁਵਿਧਾਵਾਂ ਲਈ ਵਾਕਈ ਹੀ ਗੰਭੀਰ ਹੁੰਦੇ, ਤਾਂ ਤਕਰੀਬਨ 9 ਸਾਲ ਦਾ ਵਕਫਾ ਨਿਕਲ ਚੁੱਕਿਆ ਹੈ। ਹੁਣ ਤੱਕ ਤਾਂ ਪੀਜੀਆਈ ਬਣ ਕੇ ਇੱਥੇ ਲੋਕਾਂ ਦਾ ਇਲਾਜ ਸ਼ੁਰੂ ਹੋ ਜਾਣਾ। ਉਹੀ ਮੈਂ ਗੱਲ ਕਰ ਰਿਹਾ ਨਾ ਕਿ ਉਸ ਤੋਂ ਬਾਅਦ ਚੋਂ ਸ਼ੁਰੂ ਹੋਏ ਜੇ ਲੋਕਲ ਆਪਾਂ ਕਹਿ ਲਈਏ ਪੂੰਜੀਪਤੀਆਂ ਦੀ, ਬਹੁਤ ਵੱਡੇ ਪੂੰਜੀਪਤੀ ਨਹੀਂ, ਉਹ ਰਲ ਕੇ ਇੱਕ ਬਿਲਡਿੰਗ ਖੜੀ ਕਰ ਸਕਦੇ ਨੇ ਸਿਨੇਮਾ ਹਾਲ ਲਈ। ਤੇ ਪੀਜੀਆਈ ਜੋ ਲੋਕਾਂ ਦੀ ਮੁੱਢਲੀ ਸਿਹਤ ਸੁਵਿਧਾ ਲਈ ਜ਼ਰੂਰੀ ਹੈ, ਲੋਕਾਂ ਦੀ ਜਾਨ ਬਚਾਉਣ ਲਈ ਜ਼ਰੂਰੀ ਹੈ, ਜੋ ਕਿ ਆਪਾਂ ਕਹਿ ਲਈਏ ਕਿੰਨੇ ਮਰਜ਼ੀ ਬਿਲੀਅਨ ਟ੍ਰਿਲੀਅਨਸ ਕਰ ਲਈਏ, ਆਪਾਂ ਬੰਦੇ ਦੀ ਜਾਨ ਨਹੀਂ ਮੋੜ ਸਕਦੇ, ਉਹ ਜ਼ਰੂਰੀ ਨਹੀਂ ਸੀ। ਤੁਹਾਡੀ ਗੱਲ ਦਾ ਮੈਂ ਹੁਣ ਜਵਾਬ ਦੇਣ ਲੱਗਿਆ, ਜਿਹੜਾ ਤੁਸੀਂ ਕਿਹਾ ਸੀ ਕਿ ਦਿੱਲੀ ਔਰ ਪੰਜਾਬ ਦੀ ਸਿਆਸਤ ਅਲੱਗ ਹੈ। ਬਿਲਕੁਲ। ਹੁਣ ਇਹ ਤੁਹਾਡਾ ਸਵਾਲ ਉਹਦੇ ਨਾਲ ਰਿਲੇਟਡ ਆ ਗਿਆ। ਤੁਸੀਂ ਹੁਣੇ ਗੱਲ ਕੀਤੀ ਹੈ ਕਿ ਇੱਥੇ ਐਂਟਰਟੇਨਮੈਂਟ ਸਿਸਟਮ ਨੂੰ ਬਹੁਤ ਜਲਦੀ ਬਣਾਇਆ ਜਾਂਦਾ, ਜਦਕਿ ਹੈਲਥ ਸਿਸਟਮ ਨੂੰ ਨਹੀਂ ਬਣਾਇਆ ਜਾਂਦਾ। ਬਿਲਕੁਲ। ਤੁਸੀਂ ਇੱਕ ਚੀਜ਼ ਦੇਖੋ, ਤੁਹਾਡੀ ਨੌਲੇਜ ਦੇ ਵਿੱਚ ਹੈ ਕਿ ਦਿੱਲੀ ਦੇ ਵਿੱਚ ਮੁਹੱਲਾ ਕਲੀਨਿਕ ਚੱਲੇ ਨੇ। ਬਿਲਕੁਲ ਸਰ ਚੱਲੇ ਲੋਕਾਂ ਨੂੰ ਉੱਥੇ ਇਲਾਜ ਵੀ ਮਿਲਿਆ, ਉੱਥੇ ਦਵਾਈਆਂ ਵੀ ਮਿਲੀ, ਉੱਥੇ ਉਹ ਮੁਹੱਲਾ ਕਲੀਨਿਕ ਦੇ ਰਾਹੀਂ ਲੋਕਾਂ ਨੂੰ ਸਿਹਤ ਸੁਵਿਧਾਵਾਂ ਮਿਲੀਆਂ। ਗਰਾਊਂਡ ਪੱਧਰ ਤੇ ਜਾ ਕੇ, ਗਲੀਆਂ ਦੇ ਵਿੱਚ ਜਾ ਕੇ, ਜਿਵੇਂ ਜਿਹਨੂੰ ਕਹਿੰਦੇ ਕਿ ਆਪਾਂ ਵੀ ਜਿੱਥੇ ਹਰ ਬੰਦੇ ਦੀ ਈਜ਼ੀ ਅਪਰੋਚ ਹੋ ਸਕਦੇ। ਅਰਵਿੰਦ ਕੇਜਰੀਵਾਲ ਜੀ ਨੇ ਜੇ ਵੱਡੇ ਏਮਸ ਨਹੀਂ ਬਣਵਾਏ, ਪਰ ਏਮਸ ਵਾਲੀਆਂ ਜਿਹੜੀਆਂ ਸੁੱਖ ਸੁਵਿਧਾਵਾਂ ਸੀ, ਮੇਰੇ ਕਹਿਣ ਦਾ ਮਤਲਬ ਹੈ ਮੁਹੱਲਾ ਕਲੀਨਿਕ ਬਣਾਤੇ ਕਿ ਜਿੱਥੇ ਘੱਟੋ ਘੱਟ ਮੁੱਢਲੀਆਂ ਜ਼ਰੂਰਤਾਂ, ਮੁੱਢਲਾ ਇਲਾਜ, ਪ੍ਰਾਇਮਰੀ ਹੈਲਥ, ਪ੍ਰਾਇਮਰੀ ਦਵਾਈਆਂ ਉਹ ਲੋਕਾਂ ਤੱਕ ਮਿਲ ਸਕੇ। ਮੈਂ ਕੈਪਟਨ ਸਰਕਾਰ ਔਰ ਸਾਡੇ ਜਿਹੜੇ ਲੀਡਰ ਸਾਹਿਬਾਨ ਉਹਨਾਂ ਵੀ ਇਹੀ ਬੇਨਤੀ ਕਰਾਂਗੇ ਕਿ ਜਦੋਂ ਤੱਕ ਅਸੀਂ ਵੱਡਾ ਬਣਾਉਣ 'ਚ ਜੇ ਸਮਾਂ ਲੱਗਦਾ ਤਾਂ ਘੱਟੋ ਘੱਟ ਛੋਟਾ ਫਾਇਦਾ ਲੋਕਾਂ ਤੱਕ ਜ਼ਰੂਰ ਪਹੁੰਚਾਈਏ। ਸਰ ਫਿਰੋਜ਼ਪੁਰ ਸ਼ਹਿਰੀ ਤੇ ਦਿਹਾਤੀ ਦੀ ਮੈਂ ਗੱਲ ਕਰ ਰਿਹਾ। ਟਿਕਟ ਚੁਣਾਵ ਲਈ ਜੋ ਪਾਰਟੀ ਹਾਈ ਕਮਾਨ ਹੈ, ਸੀਨੀਅਰਟੀ ਦੇਖੇਗੀ ਜਾਂ ਪਪੂਲੈਰਿਟੀ ਦੇਖੇਗੀ? ਪਾਰਟੀ ਦਾ ਕੀ ਕ੍ਰਾਈਟੇਰੀਆ ਹੁੰਦਾ ਹੈ ਕੈਂਡੀਡੇਟਸ ਦੀ ਸਿਲੈਕਸ਼ਨ ਵਾਸਤੇ, ਪਾਰਟੀ ਨੂੰ ਪਤਾ। ਫਿਰ ਵੀ ਤੁਸੀਂ ਕੀ ਆਸ ਉਮੀਦ ਲਗਾਉਂਦੇ ਹੋ ਕਿ ਸੀਨੀਅਰਟੀ ਦੇਖੀ ਜਾਏਗੀ ਜਾਂ ਪਪੂਲੈਰਿਟੀ ਦੇਖੀ ਜਾਏਗੀ? ਹਾਲਾਂਕਿ ਜੋ ਬੰਦੇ ਆਪਾਂ ਕਹਿ ਲਈਏ 7 ਮਹੀਨੇ ਪਹਿਲਾਂ ਆਏ ਨੇ ਜਾਂ 8 ਮਹੀਨੇ ਪਹਿਲਾਂ ਆਏ ਨੇ, ਜਾਂ ਫਿਰ ਵਰਕਰ ਕੋਈ 8-8 ਸਾਲਾਂ ਤੋਂ ਕੰਮ ਕਰ ਰਹੇ ਨੇ, ਕੀ ਕ੍ਰਾਈਟੇਰੀਆ? ਮੈਨੂੰ ਉਮੀਦ ਹੈ ਕਿ ਪਾਰਟੀ ਸੀਨੀਅਰਟੀ ਵੀ ਵੇਖੇਗੀ। ਤੁਸੀਂ ਕੀ ਆਸ ਲਗਾਉਂਦੇ ਹੋ ਸਰ? ਦੇਖੋ, ਮੈਂ ਤੁਹਾਨੂੰ ਕਿਹਾ ਕਿ ਪਾਰਟੀ ਦਾ ਕੀ ਕ੍ਰਾਈਟੇਰੀਆ ਹੁੰਦਾ ਪਾਰਟੀ ਨੂੰ ਪਤਾ, ਇਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ। ਲੇਕਿਨ ਪਾਰਟੀ ਬਹੁਤ ਗਹਿਰਾਈ ਦੇ ਵਿੱਚ ਔਰ ਬਹੁਤ ਹੀ ਸੰਜੀਦੇ ਤਰੀਕੇ ਨਾਲ ਕੈਂਡੀਡੇਟਸ ਦੀ ਸਿਲੈਕਸ਼ਨ ਕਰੇਗੀ, ਔਰ ਜੋ ਵੀ ਕੈਂਡੀਡੇਟਸ ਹੋਣਗੇ ਬਿਲਕੁਲ ਸਾਫ਼ ਤੇ ਬੇਦਾਗ ਹੋਣਗੇ। ਲੋਕ ਉਹਨੂੰ ਸਵੀਕਾਰ ਕਰਨਗੇ ਔਰ ਕੰਪਲੀਟਲੀ ਸਵੀਕਾਰ ਕਰਨਗੇ, ਕਿਉਂਕਿ ਉਹ ਨਾਨ ਕੰਟਰੋਵਰਸ਼ੀਅਸ ਹੋਣਗੇ। ਠੀਕ ਹੈ ਸਰ। ਤੁਸੀਂ ਇੱਕ ਸਵਾਲ ਕੀਤਾ ਸੀਗਾ। ਹਾਂਜੀ ਸਰ ਦੱਸੋ। ਕਿ ਤੁਸੀਂ ਆਪਣਾ ਕੰਪੀਟੀਟਰ ਕਿਹਨੂੰ ਮੰਨਦੇ ਹੋ? ਹਾਂਜੀ ਸਰ। ਮੈਂ ਆਪਣਾ ਕੰਪੀਟੀਟਰ ਜੇ ਫਿਰੋਜ਼ਪੁਰ ਦਿਹਾਤੀ ਦੇ ਵਿੱਚ ਮੈਂ ਵੇਖਾਂ ਤਾਂ ਮੈਨੂੰ ਸਿਰਫ ਔਰ ਸਿਰਫ ਸਾਡੀ ਭੈਣ ਮਨਪ੍ਰੀਤ ਕੌਰ ਕੋਟ ਕਰੋੜ ਹੈ। ਤੁਸੀਂ ਉਸ ਨਾਲ ਆਪਣਾ ਸਰ ਇੱਕ ਕੰਪੀਟੀਸ਼ਨ ਦੀ ਗੱਲ ਕਰ ਰਹੀ ਹੈ ਜਾਂ ਤੁਹਾਡੀ ਚਾਹਵਾਨ ਹੈ ਜੇ ਮੈਂ ਨਹੀਂ ਤੇ ਚਲੋ ਨਹੀਂ, ਉਸ ਨੂੰ? ਮੇਰੀ ਚਾਹਵਾਨ ਨਹੀਂ ਹੈ, ਕਿਉਂਕਿ ਮੈਨੂੰ ਐਂ ਲੱਗਦਾ ਕਿ ਕਿਤੇ ਨਾ ਕਿਤੇ ਮੇਰੀ ਦਾਅਵੇਦਾਰੀ ਨੂੰ ਉਹ ਹਿੱਟ ਕਰਦੇ ਨੇ। ਉਹ ਇਸ ਕਰਕੇ ਕਿ ਜੇਕਰ ਸਾਡੀ ਫਿਰੋਜ਼ਪੁਰ ਦਿਹਾਤੀ ਦੀ ਸੀਟ ਲੇਡੀਜ਼ ਕੋਟਾ ਦੇ ਵਿੱਚ ਆਉਂਦੀ ਹੈ ਤਾਂ ਫਿਰ ਮਨਪ੍ਰੀਤ ਕੌਰ ਸਾਡੀ ਬੈਸਟ ਕੈਂਡੀਡੇਟ ਹੈ। ਔਰ ਜੇਕਰ ਕੰਪੀਟੀਸ਼ਨ ਜੇ ਸਾਡੀ ਸਰ ਇਹ ਕਿਸ ਬੇਸ ਤੇ ਤੁਸੀਂ ਸੀਨੀਅਰਟੀ ਦੇ ਕਹਿ ਰਹੇ ਜਾਂ ਪਪੂਲੈਰਿਟੀ ਤੇ? ਨਹੀਂ, ਪਪੂਲੈਰਿਟੀ ਨਹੀਂ, ਸਾਡੀ ਭੈਣ ਮਨਪ੍ਰੀਤ ਕੌਰ ਵੀ ਬਹੁਤ ਪੁਰਾਣੇ ਸਮੇਂ ਤੋਂ ਕੰਮ ਕਰ ਰਹੇ ਹੈ। ਤੇ ਕਿਉਂਕਿ ਜਿਹੜਾ ਤੁਹਾਡੇ ਸਵਾਲ ਦਾ ਜਵਾਬ ਹੈ ਵੀ ਕੋਈ 6 ਮਹੀਨੇ ਪਹਿਲਾਂ, ਕੋਈ 8 ਮਹੀਨੇ ਪਹਿਲਾਂ, ਕੋਈ ਸਾਲ ਪਹਿਲਾਂ ਆਇਆ। ਸਰ ਇੱਕ ਤਾਂ ਅਕਸਰ ਹੁੰਦਾ ਨਾ ਕਿ ਕੋਈ ਹੁੰਦਾ 8-10 ਸਾਲ ਤੋਂ ਆਪਾਂ ਵੀ ਹੁਮਨ ਕੋਈ 10 ਸਾਲ ਤੋਂ ਪਾਰਟੀ ਦੀ ਦਰੀਆਂ ਝਾੜ ਰਿਹਾ, ਕੋਈ ਕੱਲ੍ਹ ਆਇਆ ਬੰਦਾ ਪੂੰਜੀਪਤੀ ਲਗਾ ਲਓ, ਉਹਨੂੰ ਟਿਕਟ ਮਿਲ ਜਾਂਦੀ ਹੈ, ਤੇ ਅਕਸਰ ਆਉਂਦਾ ਤਾਂ ਹੈ ਸਰ। ਹਿਊਮਨ ਨੇਚਰ ਹੈ ਸਰ। ਨਹੀਂ, ਹਿਊਮਨ ਨੇਚਰ ਹੈ, ਮੈਂ ਇਸ ਗੱਲ ਨੂੰ ਮੈਂ ਡਿਨਾਈ ਨਹੀਂ ਕਰਦਾ। ਬਟ ਕੁਐਸਚਨ ਇਜ਼ ਦਿਸ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਕਿ ਪਾਰਟੀ ਬਹੁਤ ਗਹਿਰਾਈ ਨਾਲ ਜਾ ਰਹੀ ਹੈ। ਪਾਰਟੀ ਇਹ ਮੌਕੇ ਨੂੰ ਮਿਸ ਨਹੀਂ ਕਰਨਾ ਚਾਹੁੰਦੀ, ਇਹਨੂੰ ਗ੍ਰੈਬ ਕਰਨਾ ਚਾਹੁੰਦੀ ਹੈ। ਔਰ ਪਾਰਟੀ ਜੋ ਵੀ ਫੈਸਲਾ ਲਏਗੀ ਬਹੁਤ ਹੀ ਸੋਚ ਸਮਝ ਕੇ ਲਏਗੀ, ਬਹੁਤ ਹੀ ਗੰਭੀਰਤਾ ਨਾਲ। ਹਰ ਇੱਕ ਜਿਹੜੇ ਪੱਖ ਨੇ ਉਹਨਾਂ 'ਤੇ ਵਿਚਾਰ ਵਟਾਂਦਰਾ ਹੋ ਰਿਹਾ। ਔਰ ਬੜੀ ਸਾਡੀ ਇੱਕ ਬਹੁਤ ਹੀ ਮੈਚਿਓਰ ਟੀਮ ਸਾਡੀ ਦਿੱਲੀ ਤੇ ਪੰਜਾਬ ਦੀ ਲੀਡਰਸ਼ਿਪ ਹੈ, ਇਹਨੂੰ ਮਿਲ ਕੇ ਸਾਰੀਆਂ ਚੀਜ਼ਾਂ ਨੂੰ ਵਾਚ ਕਰ ਰਹੇ ਨੇ। ਔਰ ਬਹੁਤ ਹੀ ਜਲਦ ਸਭ ਤੋਂ ਪਹਿਲਾਂ ਤਾਂ CM ਫੇਸ ਤੇ ਪੰਜਾਬ ਨੂੰ ਦਿੱਤਾ ਜਾਏਗਾ, ਔਰ ਉਸ ਤੋਂ ਬਾਅਦ ਜਿਹੜੇ ਕੈਂਡੀਡੇਟਸ ਜਿਹੜੇ ਉਤਾਰਨਗੀ ਪਾਰਟੀ ਬਹੁਤ ਹੀ ਵਧੀਆ ਔਰ ਬਹੁਤ ਹੀ ਮਿਹਨਤੀ ਤੇ
ਪਾਰਟੀ ਪ੍ਰਤੀ ਡੈਡੀਕੇਟਡ ਤੇ ਲੋਕ ਭਗਵੰਤ ਹੋਣਗੇ। ਮਾਨ ਜੀ ਨੂੰ ਤੁਸੀਂ ਸੀਐਮ ਫੇਸ ਐਜ਼ ਅ ਕਿਸ ਤਰੀਕੇ ਨਾਲ ਦੇਖਦੇ ਹੋ, ਜਿੱਦਾਂ ਕਿ ਬੀਬੀ ਬਲਜਿੰਦਰ ਕੌਰ ਜੀ ਨੇ ਮੁਹਰ ਵੀ ਲਗਾਈ ਸੀ, ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ, ਕੋਈ ਦੋ ਰਾਏ ਨਹੀਂ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਆਪ ਦੀ ਪ੍ਰਧਾਨਗੀ ਹੇਠ ਬਹੁਤ ਅੱਗੇ ਲੈ ਕੇ ਗਏ ਨੇ ਔਰ ਉਹਨਾਂ ਦਾ ਸਾਥ ਸਾਡੇ ਜਿਹੜੇ ਸਤਿਕਾਰਯੋਗ 20 ਐਮਐਲਏ ਸਾਹਿਬਾਨ ਨੇ ਉਹਨਾਂ ਨੇ ਪੂਰਾ ਦਿੱਤਾ। ਸਾਡੇ 20 ਐਮਐਲਏ ਸਾਹਿਬਾਨ ਦਾ ਆਪਸ ਦੇ ਵਿੱਚ ਕੋਈ ਵੀ ਕੰਟਰੋਵਰਸੀ ਨਹੀਂ ਹੈ ਔਰ ਕਿਸੇ ਨੇ ਵੀ ਆਪਣੇ ਨਿੱਜੀ ਸਵਾਰਥ ਨੂੰ ਉੱਪਰ ਨਹੀਂ ਰੱਖਿਆ। ਜੇ ਪ੍ਰਾਇੋਰਟੀ ਦਿੱਤੀ ਹੈ ਤਾਂ ਸਿਰਫ ਆਮ ਆਦਮੀ ਪਾਰਟੀ ਦੀ ਡਿਵੈਲਪਮੈਂਟ, ਆਮ ਆਦਮੀ ਪਾਰਟੀ ਦੀ ਪਕੜ, ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਘਰ ਘਰ ਪਹੁੰਚਾਉਣ ਦਾ ਜਿਹੜਾ ਏਜੰਡਾ ਸੀ ਉਹਨੂੰ ਪੂਰਾ ਕਰਨ ਵਾਸਤੇ ਦਿੱਤੀ ਹੈ। ਸਰਦਾਰ ਭਗਵੰਤ ਸਿੰਘ ਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਔਰ ਪੰਜਾਬ ਦੇ ਪ੍ਰਧਾਨ ਨੇ ਔਰ ਇਹ ਦੇਖੋ ਕਿ ਪੰਜਾਬ ਦੇ ਸਾਡੇ ਜਿੰਨੇ ਵੀ ਐਮਪੀ ਸਾਹਿਬਾਨ ਦਿੱਲੀ ਦੇ ਵਿੱਚ ਪਾਰਲੀਮੈਂਟ 'ਚ ਜਦੋਂ ਜਾਂਦੇ ਨੇ ਸੈਸ਼ਨ ਹੁੰਦਾ ਤੇ ਸਭ ਤੋਂ ਜ਼ਿਆਦਾ ਆਵਾਜ਼ ਜੇ ਪੰਜਾਬ ਦੀ ਚੁੱਕੀ ਹੈ ਤਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਚੁੱਕੀ ਹੈ। ਖੇਤੀ ਬਿੱਲਾਂ ਦੇ ਉੱਤੇ ਸਭ ਤੋਂ ਜ਼ਿਆਦਾ ਜੇ ਸਵਾਲ ਜਵਾਬ ਕੀਤੇ ਨੇ ਤਾਂ ਸਰਦਾਰ ਭਗਵੰਤ ਸਿੰਘ ਮਾਨ ਨੇ ਕੀਤੇ ਨੇ ਔਰ ਭਗਵੰਤ ਸਿੰਘ ਮਾਨ ਜੀ ਨੇ ਤਾਂ ਪਾਰਲੀਮੈਂਟ ਦੇ ਚੱਲਦੇ ਸੈਸ਼ਨ ਦੇ ਵਿੱਚ ਵੀ ਗੱਲ ਕੀਤੀ ਕਿ ਮੈਂ ਇਹੋ ਜਿਹੀ ਐਮਪੀਸ਼ਿਪ ਨੂੰ ਛੱਡਦਾ ਜਿਹੜਾ ਕਿ ਮੇਰੇ ਪੰਜਾਬ ਦੇ ਲੋਕਾਂ ਦੀ ਆਵਾਜ਼ ਚੁੱਕਣ ਦੇ ਵਿੱਚ ਮੈਨੂੰ ਰੋਕਦੀ ਹੋਵੇ। ਤੇ ਸ਼ਹਿਰੀ ਤੋਂ ਸਰ ਜੇ ਤੁਸੀਂ ਕਿਸ ਨੂੰ ਦੇਖਦੇ ਹੋ ਕਿ ਚੰਗਾ ਕੰਪੀਟੀਸ਼ਨ ਤੁਹਾਡੀ ਨਿਗਾਹ ਦੇ ਵਿੱਚ ਤੁਸੀਂ ਸਰ ਦੇਖੋ ਮੈਂ ਸਰ ਨਹੀਂ, ਮੈਂ ਇਦਾਂ ਗੱਲ ਹੈ ਕਿ ਜੀ ਫਿਰੋਜ਼ਪੁਰ ਸ਼ਹਿਰੀ ਦੇ ਵਿੱਚ ਨਾ ਤਾਂ ਮੇਰਾ ਕੋਈ ਇੰਟਰਸਟ ਹੈ ਤੇ ਨਾ ਹੀ ਮੈਂ ਫਿਰੋਜ਼ਪੁਰ ਸ਼ਹਿਰੀ ਵੱਲ ਵੇਖ ਰਿਹਾ। ਮੇਰਾ ਫਿਰੋਜ਼ਪੁਰ ਸ਼ਹਿਰੀ ਜੀ ਕਰਨੇ ਹੋ, ਦਿਨ ਰਾਤ ਤੁਹਾਡੇ ਕੋਲ ਫਿਰੋਜ਼ਪੁਰ ਸ਼ਹਿਰੀ ਦੇ ਲੋਕਾਂ ਦੇ ਰਹੇ ਤੁਸੀਂ ਪੁਰਾਣੇ ਜੰਪਾਂ ਨੂੰ ਸਰ ਇਸ ਤਰੀਕੇ ਨਾਲ ਡਰਾਏ ਨਾ ਕਰੋ ਕਿ ਕਿਸ ਨੂੰ ਤੁਸੀਂ ਦੇਖਦੇ ਹੋ ਕਿ ਹਾਂ ਵੀ ਅੱਛਾ ਕੰਪੀਟੀਸ਼ਨ ਦੇ ਸਕਦਾ ਹੈ ਕਿ ਇਹ ਸਟਰੋਂਗ ਕੈਂਡੀਡੇਟ ਆਮ ਆਦਮੀ ਪਾਰਟੀ ਦਾ ਤੁਹਾਡੀ ਨਿਗਾਹ 'ਚ? ਦੇਖੋ ਕਰ ਸਾਹਿਬ, ਹਾਲੇ ਲੰਮਾ ਸਮਾਂ, ਹਾਲੇ ਬਹੁਤ ਸਮੀਕਰਨ ਬਦਲਨੇ ਨੇ। ਮੁੱਠੀ ਘੁੱਟ ਕੇ ਚੱਲਣਾ ਚਾਹੁੰਦੇ ਹੋ? ਨਹੀਂ, ਮੁੱਠੀ ਘੁੱਟ ਕੇ ਨਹੀਂ, ਹਾਲੇ ਬਹੁਤ ਸਮੀਕਰਨ ਬਦਲਨੇ ਨੇ। ਹਾਲੇ ਪਿੱਛੇ ਖਬਰ ਆਈ ਸੀ ਕਿ ਬੀਬਾ ਬਾਦਲ ਜੀ ਵੀ ਇੱਥੇ ਆ ਰਹੀ ਹੈ ਜਾਂ ਬਾਦਲ ਪਰਿਵਾਰ ਵੀ ਆ ਸਕਦਾ। ਪਾਰਟੀ ਬਹੁਤ ਚੀਜ਼ ਦੇਖ ਰਹੀ ਹੈ। ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਵਿਸ਼ਵਾਸ ਦਿਵਾਉਂਗਾ ਤੁਹਾਨੂੰ, ਭਾਵੇਂ ਸ਼ਹਿਰੀ ਹਲਕਾ ਹੋਵੇ ਭਾਵੇਂ ਫਿਰੋਜ਼ਪੁਰ ਦਿਹਾਤੀ ਹਲਕਾ ਹੋਵੇ, ਜੋ ਵੀ ਕੈਂਡੀਡੇਟ ਹੋਏਗਾ ਤੁਸੀਂ ਪ੍ਰਾਊਡ ਫੀਲ ਕਰੋਗੇ ਕਿ ਬਾਕੀ ਪਾਰਟੀ ਨੇ ਕੋਈ ਸਾਨੂੰ ਕੈਂਡੀਡੇਟ ਦਿੱਤੇ ਨੇ। ਕਿਉਂਕਿ ਤੁਸੀਂ ਵੀ ਦੇਖਿਆ ਵੀ ਗਿਆ ਸੀ ਕਾਫੀ ਪੂੰਜੀਪਤੀਆਂ ਨੂੰ ਦਾਗੀ ਚਿਹਰੇ ਵੀ ਆਏ ਸੀ, ਜਿਹਨੂੰ ਆਪਾਂ ਦਾਗੀ ਚਿਹਰੇ ਕਹਿੰਦੇ, ਜਿਹਨੇ ਕ੍ਰਿਮੀਨਲ ਕੇਸਿਸ ਚੱਲ ਰਹੇ ਹੁੰਦੇ ਆ, ਹਾਲਾਂਕਿ ਕਲਪਿਟ ਨਹੀਂ ਹੁੰਦੇ, ਉਹਨਾਂ ਨੂੰ ਵੀ ਟਿਕਟਸ ਕਾਫੀ ਮਿਲੀਆਂ ਸੀ। ਪਾਰਟੀ ਦਾ ਇੱਕ ਬਹੁਤ ਹੀ ਸਾਫ਼ ਸੁਥਰਾ ਇੱਕ ਫਾਰਮੂਲਾ ਹੈ ਕਿ ਪਾਰਟੀ ਜਦੋਂ ਕੈਂਡੀਡੇਟਸ ਦੀ ਸਿਲੈਕਸ਼ਨ ਕਰਦੀ ਹੈ ਤਾਂ CCC ਦੇ ਫਾਰਮੂਲੇ ਤੇ ਚੱਲਦੀ ਹੈ। ਫਸਟ ਸੀ ਇਜ਼ ਕੈਰੈਕਟਰ, ਸੈਕੰਡ ਸੀ ਕਰਪਟ ਨਹੀਂ ਹੋਣਾ ਚਾਹੀਦਾ ਔਰ ਥਰਡ ਸੀ ਕ੍ਰਿਮੀਨਲ ਨਹੀਂ ਹੋਣਾ ਚਾਹੀਦਾ। ਤਿੰਨੇ ਸੀ ਦੇ ਜਿਹੜੇ ਫਾਰਮੂਲੇ ਤੇ ਪਾਰਟੀ ਚੱਲਦੀ ਹੈ ਔਰ ਜੋ ਵੀ ਪਾਰਟੀ ਨੇ ਕੈਂਡੀਡੇਟਸ ਦਿੱਤੇ ਨੇ ਉਹ ਇਹ ਤਿੰਨਾਂ ਫਾਰਮੂਲਿਆਂ ਨੂੰ, ਇਹ ਤਿੰਨਾਂ ਰਿਕੁਆਇਰਮੈਂਟਸ ਤੋਂ ਜਿਹੜੀ ਹੈਗੀ ਜਿਹੜਾ ਮਾਪਦੰਡ ਹੈ ਇਹਦੇ ਤੋਂ ਨਿਕਲ ਕੇ ਉਹ ਆਏ ਨੇ। ਤੁਸੀਂ ਦੱਸ ਦਿਓ 117 ਦੇ ਵਿੱਚ ਕਿਹੜੇ ਸਾਡੇ ਕੈਂਡੀਡੇਟ ਸੀ ਜਿਨ੍ਹਾਂ ਤੇ ਕ੍ਰਿਮੀਨਲ ਕੇਸ ਚੱਲੇ ਨੇ ਜਾਂ ਜਿਨ੍ਹਾਂ ਦਾ ਕਰਪਟ ਪ੍ਰੈਕਟਿਸ ਰਹੀ ਹੋ? ਨਹੀਂ, ਤੁਸੀਂ ਦੱਸੋ ਸਰ। ਕਨਵਿਕਟਡ ਤਾਂ ਨਹੀਂ ਮੈਂ ਕਹਿ ਸਕਦਾ, ਕਾਫੀ ਕੇਸਿਸ ਦੇਖੋ ਐਲੀਗੇਸ਼ਨ ਹੈ। ਨਹੀਂ ਹਾਂ ਸਰ, ਐਲੀਗੇਸ਼ਨ ਤਾਂ ਮਗਰ ਚੱਲਦੇ ਸੀ। ਆਪਾਂ ਉਹਨਾਂ ਨੂੰ ਕਹੀਦਾ, ਆਪਾਂ ਐਲੀਗੇਸ਼ਨਸ ਨੂੰ, ਆਪਾਂ ਇਹ ਵੀ ਕਹੀਦਾ ਕਿ ਪਿਛਲੀ ਵਾਰ ਆਪਾਂ ਐਲੀਗੇਸ਼ਨਸ ਨੂੰ ਵੇਖ ਕੇ ਕਿਸੇ ਵੀ ਕੈਂਡੀਡੇਟ ਦੀ ਨੂੰ ਕੁਆਲੀਫਾਈ ਜਾਂ ਡਿਸਕੁਆਲੀਫਾਈ ਨਹੀਂ ਕਰ ਸਕਦੇ। ਇਹ ਤਾਂ ਸਰ ਤੁਸੀਂ ਵਕਾਲਤ ਵਾਲੀ ਗੱਲ ਕਰਦੇ, ਜਿੰਨਾ ਚਿਰ ਦੋਸ਼ ਸਾਬਤ ਨਹੀਂ ਹੋ ਸਕਦਾ ਦੋਸ਼ੀ ਨਹੀਂ ਹੈ। ਮੈਂ ਨਹੀਂ ਕਹਿੰਦਾ ਜੀ, ਦੇਸ਼ ਦਾ ਸੰਵਿਧਾਨ ਕਹਿੰਦਾ, ਦੇਸ਼ ਦਾ ਕਾਨੂੰਨ ਕਹਿੰਦਾ। ਠੀਕ ਹੈ ਸਰ। ਦੇਸ਼ ਦਾ। ਸੋ ਇਹ ਸਨ ਸਾਡੇ ਨਾਲ ਮੌਜੂਦ ਐਡਵੋਕੇਟ ਰਜਨੀਸ਼ ਦੀਆ ਜੀ, ਜਿਨ੍ਹਾਂ ਨੇ ਸਿਆਸੀ ਪਹਿਲੂਆਂ ਤੇ ਸਾਡੇ ਨਾਲ ਚਰਚਾ ਕੀਤੀ। ਮਫਲਵਾਸ ਦੇਖਦੇ ਸਾਰੇ ਹੀ ਦਰਸ਼ਕਾਂ ਦਾ ਧੰਨਵਾਦ।